दीप लो सिखंडन गचेन नैन पारेन नानक बिना साधु ना सिद्ध्यते। परमाणु परजंत आकाश है दीप लो सिखंडन गचेन नैन पारेन नानक बिना साधु ना सिद्ध्यते। वाहिगुरु जी का खालसा वाहिगुरु जी की फतेह। गुरु जी महाराज श्री धन्य सरकार बाणी के लोहे नम्रता का सागर बैराग मूल मिट बोले स्वामी धन 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 श्री गुरु अर्जुन देव साहिब सच्चे पातशाह ਅਤੇ ਜਿਨ੍ਹਾਂ ਦੇ ਫਰਜ਼ਾਂਦ ਸਾਹਿਬ ਮੇਰੀ ਪੀੜੀ ਦੇ ਨਾਲ ਪਤੀ ਸ਼ੋਭਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਿੰਨਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਮੁਬਾਰਕ ਇਤਿਹਾਸਕ ਸਥਾਨ ਪੁੱਤਰ ਦੀ ਜਿਸ ਧਰਤੀ ਦੇ ਵਿੱਚ ਮੇਰੇ ਸਤਿਗੁਰਾਂ ਨੇ ਜਾਨ ਪਾ ਦਿੱਤੀ ਉਹ ਧਰਤੀ ਜਿਹੜੀ ਬੰਜਰ ਹੋ ਜਾਂਦੀ ਨਿਕੰਮੀ ਹੋ ਜਾਂਦੀ ਉਸ ਧਰਤੀ ਦੀ ਮਰ ਚੁੱਕੀ ਉਪਜਾਊ ਸ਼ਕਤੀ ਨੂੰ ਮੇਰੇ ਸਾਹਿਬਾਂ ਨੇ ਆਪਣੇ ਚਰਨਾਂ ਦੀ ਸ਼ੋਭ ਬਖਸ਼ੀ ਤੇ ਸਾਡੇ ਤੇ ਰਹਿਮਤ ਕੀਤੀ। ਸਾਨੂੰ ਇਸ ਪਾਵਨ ਪਵਿੱਤਰ ਅਸਥਾਨ ਤੇ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਆਪ ਸੰਗਤਾਂ ਦੀ ਭਾਵਨਾ ਦੇ ਨਾਲ ਜੁਗੋ ਜੁਗ ਅਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਨੂੰ ਇਕੱਤਰ ਹੋਏ ਹੋ। ਰੱਬੀ ਬਾਣੀ ਦਾ ਕੀਰਤਨ ਆਦਿਆਂ ਨੇ ਸ਼ਰਵਣ ਕੀਤਾ ਹੈ। ਪਾਵਨ ਪਵਿੱਤਰ ਉਪਦੇਸ਼ ਮੁਖਵਾਕ ਸਾਡੀ ਕਲਿਆਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਸੋਧ ਰਾਗ ਵਿੱਚ ਬਖਸ਼ਿਆ ਹੈ। ਸਤਿਗੁਰੂ ਦੀ ਮਿਹਰ ਦਾ ਸਦਕਾ ਕੱਲ ਰੋਜ਼ ਨੂੰ ਆਪਾਂ ਇੱਕ ਬਾਣੀ ਦੀ ਲੜੀਵਾਰ ਕਥਾ ਵਾਰਤਾ ਵਿਚਾਰ ਸ਼ੁਰੂ ਕੀਤੀ ਹੈ। ਬਾਣੀ ਦਾ ਨਾਮ ਹੀ ਗਾਥਾ ਹੈ। ਗਾਥਾ ਤੋਂ ਭਾਵ ਉਸ ਪਰਮਾਤਮਾ ਦੇ ਜਸ ਦੀ ਕਥਾ, ਉਹਦੀ ਵਡਿਆਈ, ਉਹਦੀ ਸੋਭਤ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਇੱਕ ਚਰਨ ਕੀਤੇ ਕੋਲ ਨੇ ਜਿੱਦੇ ਵਿੱਚੋਂ ਆਪਾਂ ਅੱਜ ਦੂਸਰਾ ਸ਼ਲੋਕ ਜਾਂ ਦੂਸਰਾ ਪਤਾ ਵਿਚਾਰਾਂਗੇ। ਕੱਲ ਰੋਜ਼ ਆਪਾਂ ਇਹਦੀ ਸ਼ੁਰੂਆਤ ਕੀਤੀ ਸੀ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੱਲ ਦੇ ਜੋ ਬੋਲ ਸਾਨੂੰ ਬਖਸ਼ਿਸ਼ ਕੀਤੇ ਉਹਨਾਂ ਬੋਲਾਂ ਦੇ ਵਿੱਚ ਰਹਿਮਤ ਕੀਤੀ। ਜਿਹੜੇ ਬੰਦੇ ਇਸ ਸਰੀਰ ਦੀ ਠੀਕ ਵਰਤੋਂ ਕਰਨ ਦੀ ਬਜਾਏ ਇਹਦਾ ਹੀ ਹੰਕਾਰ ਕਰਨ ਲੱਗ ਪਏ, ਇਹਦੇ ਤੇ ਮਾਣ ਕਰਨ ਲੱਗ ਪਏ, ਕਿਸੇ ਵੱਖਰੇ ਫਤੂਰ ਵਿੱਚ ਆਪਣੇ ਸੁਭਾਅ ਨੂੰ, ਆਪਣੇ ਜੋਗਣ ਨੂੰ, ਆਪਣੇ ਰੂਪ ਨੂੰ ਜਿਨ੍ਹਾਂ ਨੇ ਮੁੱਖ ਰੱਖ ਲਿਆ ਕਿ ਸ਼ਾਇਦ ਅਸੀਂ ਹਾਂ ਜੋ ਹਾਂ। ਸਤਿਗੁਰਾਂ ਨੇ ਉਹਨਾਂ ਦਾ ਭਰਮ ਜਾਲ ਤੋੜਦਿਆਂ ਹੋਇਆ, ਉਹਨਾਂ ਦੇ ਅੰਦਰੋਂ ਵਹਿਮ ਕੱਢਦਿਆਂ ਹੋਇਆ
ਰਹਿਮਤ ਕੀਤੀ ਕਿ ਅਖੀਰ ਨੂੰ ਇਸ ਸਰੀਰ ਨੂੰ ਵੇਖਣ ਦਾ ਯਤਨ ਕਰ ਰਹੇ। ਇਹਦੇ ਵਿੱਚ ਹੈ ਕੀ ਖਾਸ ਹੈ ਇਹਦੇ ਵਿੱਚ? ਜਿਸ ਸਰੀਰ ਦਾ ਮਾਣ ਕਰਦੇ ਹਾਂ, ਜਿਸ ਸਰੀਰ ਦਾ ਇੰਨਾ ਹੰਕਾਰ ਕਰਦੇ ਹਾਂ, ਪਰ ਜਦੋਂ ਇਹਦੀ ਪਰਤ ਖੋਲ ਕੇ ਵੇਖਣ ਦਾ ਯਤਨ ਕਰਾਂਗੇ ਤੇ ਵਿੱਚੋਂ ਕੀ ਨਿਕਲਣਾ ਇਹਦੇ ਵਿੱਚ? ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਕਿ ਇਹ ਸਰੀਰ ਜਿਹਦੇ ਤੇ ਅਸੀਂ ਬਹੁਤਾ ਹੰਕਾਰ ਬਹੁਤਾ ਮਾਣ ਕਰਦੇ ਹਾਂ, ਅਖੀਰ ਇਹ ਚਮ ਹੈ, ਹੱਡੀਆਂ ਨੇ, ਚਰਬੀ ਹੈ, ਨਿੱਜ ਹੈ, ਨਾੜੀਆਂ ਦਾ ਵੱਡਾ ਜਾਲ ਹੈ। ਭਗਤ ਰਵਿਦਾਸ ਸਾਹਿਬ ਜੀ ਦਾ ਭਗਤ ਰਵਿਦਾਸ ਸਾਹਿਬ ਜੀ ਦਾ ਬੋਲ, ਮਾਂ ਕੀ ਰਗਤ ਪਿਤਾ ਬਿੰਦ ਧਾਰਾ। ਫਿਰ ਭਗਤ ਸਾਹਿਬ ਦੀ ਕਿਰਪਾ ਕਰਦੇ ਨੇ, ਜਲ ਕੀ ਭੀਤ ਪਵਨ ਕਾ ਥੰਬਾ। ਇਹ ਜਲ ਦੀ ਭੀਤ ਹੈ, ਪਾਣੀ ਦੀ ਕੰਨ, ਹਵਾ ਦੀ ਥੰਮੀ। ਦਿਖਦੀ ਹਵਾ ਤੇ ਹਵਾ ਦਾ ਥੰਮ ਨਹੀਂ ਨਾ ਦਿਖਾਈ ਦਿੰਦਾ ਸਾਨੂੰ। ਜਲ ਕੀ ਭੀਤ ਪਵਨ ਕਾ ਥੰਬਾ। ਕਿਸੇ ਮਹਿਲ ਨੂੰ ਬਣਾਉਣਾ ਹੋਵੇ ਤੇ ਉਹਦੀਆਂ ਕੰਧਾਂ ਬਣਾਈਆਂ ਜਾਂਦੀਆਂ, ਕਿੰਨੀਆਂ ਆਪਾਂ ਡੂੰਘੀਆਂ ਦੀਆਂ ਪੁੱਟਦੇ ਆ ਉਹਨੂੰ। ਤੇ ਪਾਣੀ ਦੀ ਕੰਧ ਕਿੰਨਾ ਕੁ ਚਿਰ, ਰੇਤ ਦੀ ਕੰਧ, ਪਾਣੀ ਦੀ ਕੰਧ ਕਿੰਨਾ ਕੁ ਚਿਰ ਖਲੋ ਸਕਦੀ? ਜਲ ਕੀ ਭੀਤ ਪਵਨ ਕਾ ਥੰਬਾ। ਤੇ ਥੰਮੀਆਂ ਕਾਹਦੀਆਂ? ਜਦੋਂ ਦੁਕਾਨ ਬਣਾਉਣਾ ਹੋਵੇ, ਛੱਤ ਮਜ਼ਬੂਤ ਬਣਾਉਣੀ ਲੰਬੇ ਸਮੇਂ ਵਾਸਤੇ, ਕਿੰਨਾ ਕਿੰਨਾ ਸਰੀਆ, ਡੂੰਘੀਆਂ ਲੀਆਂ ਪਿਲਰਾਂ ਦੀਆਂ ਫੁੱਟ ਕੇ ਉਹਨਾਂ 'ਚ ਕਿੰਨਾ ਕਿੰਨਾ ਮਸਾਲਾ, ਬਜਰੀ ਤੇ ਸੀਮਤ ਭਰਿਆ ਜਾਂਦਾ ਉਹਨੂੰ ਖਿਲਾਰਨ ਵਾਸਤੇ। ਬਾਹਰਲੀ ਬਿਲਡਿੰਗ, ਇੱਕ ਸਰੀਰ ਦੀ ਬਿਲਡਿੰਗ ਆ, ਹਰ ਜੀਓ ਗੁਫਾ ਅੰਦਰ ਲੱਗ ਕੇ ਵਾਜਾ ਪੜਦਾ। ਕਿੰਨਾ ਡੂੰਘਾ ਉਹਨੂੰ ਪੁੱਟਿਆ ਜਾਂਦਾ, ਗਹਿਰੀ ਕਰਕੇ ਨੀਂਹ ਖੁਦਾਈ, ਉੱਪਰ ਮੰਡਪ ਸ਼ਾਸਨ। ਤੇ ਇਹ ਸਰੀਰ ਜਲ ਕੀ ਭੀਤ ਪਵਨ ਕਾ ਥੰਬਾ। ਇਹਦੀ ਤੇ ਥੰਬੀ ਕਿੰਨੇ ਹਵਾ ਦੀ ਆ। ਹਵਾ ਦੀ ਥੰਬੀ ਤੋਂ ਭਾਵ ਕੀ ਆ? ਸਾਹ ਆ ਰਿਹਾ ਤੇ ਚੱਲ ਰਿਹਾ ਹੈ, ਸਾਹ ਆਉਣਾ ਬੰਦ ਹੋ ਗਿਆ ਤੇ ਥੰਬੀ ਡਿੱਗ ਪਈ, ਹਵਾ ਪਾਸੇ ਹੋ ਗਈ, ਸਾਹ ਲੈਣਾ ਬੰਦ ਹੋ ਗਿਆ ਤੇ ਇਹ ਧੜਮ ਕਰਕੇ ਡਿੱਗ ਪੈਣਾ। ਥੰਬਾ ਤਾਂ ਆਖਿਆ, ਥੰਬੀ ਤਾਂ ਆਖਿਆ ਕਿ ਉਸ ਥੰਬੀ ਦੇ ਉੱਤੇ ਖਲੋਤਾ ਹੁੰਦੀ ਛੱਤ ਜਿਹੜੀ, ਉਹ ਪਿਲਰਾਂ ਤੇ ਖਲੋਤੀ ਹੁੰਦੀ। ਕਈ ਵਾਰੀ ਆਪਾਂ ਵੇਖਦੇ ਹਾਂ ਅੱਖਾਂ ਦੀਆਂ ਛੱਲਾਂ ਖੁੱਲੀਆਂ ਪਾਈਆਂ ਹੁੰਦੀਆਂ ਤੇ ਉਹਦੇ ਦੋਵੇਂ ਪਾਸੇ ਥੰਮੀਆਂ ਦੇ ਕੇ, ਲੱਕੜ ਦੀਆਂ ਥੰਮੀਆਂ ਦੇ ਕੇ ਤੇ ਉੱਤੇ ਉਹਨੇ ਕਾਨੀਆਂ ਦੀ ਛੱਤ ਪਾ ਲਈ ਜਾਣੀ। ਦੋ ਥੰਮੀਆਂ ਇੱਕ ਉੱਧਰ ਇੱਕ ਉੱਧਰ ਤੇ ਵਿਚਕਾਰ ਉਹਦੇ ਪਾ ਕੇ ਚੰਗੀ ਤਰ੍ਹਾਂ ਬੰਨ੍ਹ ਕੇ, ਤੇ ਜਦੋਂ ਥੰਮੀਆਂ ਕੱਢਦਾ ਕਿ ਥੱਲੇ ਜੋ ਛੱਤ ਦਿਖਣੀ ਗਈ। ਜਲ ਕੀ ਭੀਤ ਪਵਨ ਕਾ ਥੰਬਾ, ਕੇਵਲ ਹਵਾ ਦਾ ਥੰਮਿਆ। ਸਾਹ ਆ ਰਿਹਾ ਤੇ ਆਦਮੀ ਆ, ਨਹੀਂ ਆਇਆ ਤੇ ਖਤਮ ਕਰ। ਹਮ ਆਦਮੀ ਹਾਂ, ਇੱਕ ਦਮੀ ਮੋਹਤ ਮੋਹਤ ਨਾ ਜਾਣਾ। ਇੱਕ ਦਮ ਦੇ ਪਰੌਣੇ, ਉਹ ਦਮ ਸਾਡੀ ਥੰਮੀ ਹੈ। ਉਹ ਦਮ ਆਉਣਾ ਬੰਦ ਹੋ ਗਿਆ ਤੇ ਚਿੱਟੇ ਗਏ। ਜਲ ਕੀ ਭੀਤ ਪਵਨ ਕਾ ਥੰਬਾ। ਮਕਾਨ ਤਿਆਰ ਕਰਨ ਵਾਸਤੇ ਇੱਟ ਨੂੰ ਇੱਟ ਦੇ ਨਾਲ ਜੋੜਨ ਲਈ ਗਾਰਾ ਚਾਹੀਦਾ ਹੁੰਦਾ ਹੈ। ਇੱਥੇ ਗਾਰਾ ਕਾਹਦਾ ਆ? ਰਕਤ ਬੁੱਧ ਦਾ ਗਾਰਾ। ਇੱਥੇ ਨਿੱਜ ਦਾ, ਚਰਬੀ ਦਾ ਤੇ ਲਹੂ ਪਾਇਆ ਵਿੱਚ, ਉਹਦਾ ਗਾਰਾ ਬਣਿਆ ਹੋਇਆ। ਰਕਤ ਬੁੱਧ ਦਾ ਗਾਰਾ। ਹਾੜ ਮਾਸ ਨਾੜੀ ਕੋ ਪਿੱਤਰ। ਛੰਨ ਪਾਈ, ਕਾਨੇ ਪਾ ਦਿੱਤੇ, ਕੱਖ ਪਾ ਦਿੱਤੇ, ਤਰਪਾਲ ਪਾ ਦਿੱਤੀ, ਥੋੜਾ ਬਹੁਤਾ ਮਟੀਰੀਅਲ ਇਕੱਠਾ ਕਰਕੇ ਚੂਹੇ ਨਾ ਪਾਣੀ। ਹਾੜ ਮਾਸ ਨਾੜੀ ਕੋ ਪਿੱਤਰ। ਇੱਥੇ ਹੱਡੀਆਂ ਦਾ ਸਟਰਕਚਰ ਆ, ਇੱਥੇ ਹੱਡੀਆਂ ਨੇ, ਨਾੜੀਆਂ ਨੇ, ਮਾਸ ਹੈ। ਉਹ ਇੱਕ ਪਰਤ ਬਾਹਰਲੇ ਪਾਸੇ ਮਿੱਟੀ ਦੇ ਨਾਲ ਜਿਵੇਂ ਛੱਤ ਪਾ ਕੇ, ਤੇ ਕਈ ਵਾਰੀ ਉਹ ਡੇਰਿਆਂ ਦੇ ਬਾਹਰ ਵੇਖਦੇ ਆਪਾਂ ਜਿਹੜੇ ਰਾਤ ਤਵੀਰ ਰਹਿੰਦੇ ਨੇ ਖੇਤਾਂ ਦੇ ਵਿੱਚ, ਉਹ ਕੱਚੀਆਂ ਕੰਧਾਂ ਕਰ ਲੈਂਦੇ ਤੇ ਪੋਚਾ ਮਾਰ ਦਿੰਦੇ, ਬਾਹਰੋਂ ਸਾਫ਼ ਹੋ ਜਾਂਦਾ। ਏਦਾਂ ਹੀ ਹਾੜ ਮਾਸ ਨਾੜੀ ਕੋ ਪਿੰਜਰ।
ये पिंजरे के उत्ते मास पा के कवर किया होया, थल्ले दिखाई नहीं दिंदा भी थल्ले ये सरिया पिया है, थल्ले के काने पाए ने सम्मी आ की नहीं, उत्तों बड़ा सोहना पोचा जिहा वज गया, उपरली चमड़ी का उपरली स्किन का हाथ मास नाड़ी को पिंजर पंखी बसै बेचारा प्राणी क्या मेरा क्या तेरा, जैसे सरवर पंख बसेरा। कहानी मैं तो मेरी भगत रविदास साहब जी कह लगे कि मेरा ते की तेरा, घड़ी पल दियां खेडां सारियां। प्राणी क्या मेरा क्या तेरा, जैसे तरवर तरवर कहते हैं रुख नूं पंख बसेरा, जिवें पंखी रुख दे उत्ते रहिंदा है, किन्ना चिर रहेगा आत्मा नूं तू डाली मार के दूजे थां चलिया जांदा। तेरा इत्थे रहना इतना वा जिवें कोई पंखी किसी रुख दे उत्ते बैठा है। सतगुरु साहिब महाराज ने कहा तेरे शरीर के नाल ते स्पर्श करके, तेरे शरीर के नाल जुड़ के वेख फुल मलीन हो गया, उसकी सुगंधता जानी गई। तेरे शरीर के नाल जुड़ के खुशबू देने वाली चीज़ां मलीन हो गई। सोहने सी वस्त्र चंगी तरह तह ला के रखे सी, बस तेरे शरीर से पाउण की देर हुई तो वह भी बेकार हो गई, वो भी मैले हो गए। तह लगी पई रही लेकिन कितना चिर पए रहने से इस प्रकार तो इस शरीर का मान करता। इस गांधी कोटली का, इस हड्डियां के पिंजर का, पर जे ठीक पासे ला लवे तो फिर सतगुरु साहिब महाराज ने कृपा की, 9 दिन अमृत प्रभ का नाम देही मैं इस जग सलाम, अबर जौन तेरी पनहारी इस धरती में तेरी सिरदारी, चिरंकाल दे सिंजरिया। फिर ये वर्गा कीमती और खजाना ही कोई नहीं है जिसकी ठीक वरतों हो लगना। सतगुरु साहिब महाराज ने कल के बोलों में इस काया के प्रति सानू सुचेत किया, भाई कपड़ रूप सुहावना छड्ड दुनिया जावना। मंदा चंगा अपना बजाए इनू सवारन दे उत्ते, साडा बहुता जोर इनू ही सवारन दे उत्ते, इनू सोहना बनाउण दे उत्ते। सोहना भी अपने आप को नहीं, किसी दूजे को सोहना लगने वास्ते। अगे मैं एक बेनती की, साडे तन ते पाया होया कपड़ा पैसे असां आप खर्चे, अपनी जेब तो खर्चे, आप मेहनत की, मेहनत आप करके अपना खून पसीना निचोड़ के असीं कपड़ा खरीदते हैं। फिर असीं कहते कि ये हुण रिवाज चलदा, मतलब इहदी लोड़ नहीं है सानूं, असीं लोकां दे नाल लोकां दे हाणी बनन वास्ते, समाज दे हाणी बनन दे लई पैसा अपना खर्चा, कपड़ा अपने पिंडे ते पाया, तो पुछया दूजे नूं जा रहा कि मेरे पिंडे ते पाया सोहना लग रहा है कि नहीं लग रहा। घर असीं बनाउणा है, सानूं पता है कि सानूं इन्ने कमरियां दी लोड़ है, सानूं एडी वड्डी रसोई दी लोड़ है, सानूं एडा घराना होवे ते चल सकदा है, पर असीं दूजियां वल देख के नहीं नहीं उहने फलाणे ने इदां दा बनाया, बेशक आपनूं लोड़ भी ना होवे, गड्डी अपनी नहीं, पैसे अपने खर्चे, ते ओह इन्वेस्टिगेशन दूजिया तो जजमेंट दूजे को ली जा रही ठीक है। ये आप वेखना है ना, असीं अपने शरीर के अपनी लोड़ां के उत्ते बहुता समा ला रहे हैं, अपने आप को सवारन दे लई, ते सवार भी इस करके नहीं रह के अपने आप को चंगे लगी, अपने आप को सवार भी पा रहे हैं, किसी दूजे को चंगे लगी, किसी दूजे ते प्रभाव पा सकते, अपने बोलना बोलना चाहते हैं, किसी दूजे के उत्ते प्रभाव पाने के लिए। कई बारी इतों तक मैं बेनती करा, इस शरीर की गल साहिबां ने की, आप कल इनू वाचन का समझण का यत्न किया सी, पर थोड़ा जिहा मेरा दिल कीता होर साहिबां की कृपा नाल विचारीए। कई बारी तो असीं खाना भी अपनी मर्जी का नहीं खाते, खाना भी दूजे नूं पकाउण वास्ते खाधा जा रहा होंदा। साडियां बहुतियां भोगां दा, बहुतियां विआहां दा इहो जिहा हाल नहीं होया पिया कि वो चीज़ां बन रही जिन्हां की सानूं कोई समझ नहीं, जिन्हां की सानूं कोई लोड़ ही नहीं, वो चीज़ां बनाईयां जा रही, वो चीज़ां पोसियां जा रही, करदियां दीयां फंडां अपने सिरां ते चुक्कीआं जा रही। ये विखावे मात्र नहीं, ये सारा सरकार जो कुछ लाम झाम किया जा रहा है इसे वास्ते नहीं, सारा कुछ किसी दूसरे के प्रभाव अपना नक उच्चा रखने के लिए, अपने कन्नां नाल अपनी शोभा सुनने वास्ते। सतगुर की बजाय अपनी बाहरली दिख नूं सवारन दे, बाहरी तौर पर किसी के प्रभाव पाउण दे, तूं आप सवारै मैं मिलिया
ਸੁੱਖ ਹੋਵੇ ਤੂੰ ਆਪਣੇ ਆਪ ਨੂੰ ਖੁਸ਼ ਕਰਨ ਦਾ ਯਤਨ ਕਰ, ਆਪਣੇ ਆਪ ਨੂੰ ਠੀਕ ਲੱਗਣਾ ਸ਼ੁਰੂ ਹੋ, ਤੇਰੀ ਆਪਣੀ ਆਤਮਾ ਸਵਰ ਜਾਏ। ਬਾਹਰ ਦਾ ਲਾਭ ਝਾਮ ਨਹੀਂ ਆ, ਜਿਹੜਾ ਕਿ ਆਪਾਂ ਘਰ ਬਣਾਉਂਦੇ ਆ, ਸਾਡੇ ਕੋਲ ਕਿੰਨਾ ਮਟੀਰੀਅਲ ਆ, ਕਿੰਨਾ ਕੁਛ ਆ, ਤੇ ਆ ਜਿਹੜੇ ਪੰਛੀ ਨੇ ਵਿਚਾਰੇ, ਉਹਨਾਂ ਨੂੰ ਕਿਤੇ ਥੋੜੀ ਬਹੁਤੀ ਥਾਂ ਮਿਲ ਜਾਏ, ਕਿਤੇ ਹੀ ਮਿਲ ਜਾਏ, ਉਹ ਇੱਕ ਟੀਕਾ ਲੈ ਕੇ ਸਾਡੇ ਨਾਲੋਂ ਬਿਹਤਰ ਆਪਣੇ ਬੱਚਿਆਂ ਦੀ, ਆਪਣੀਆਂ ਵੋਟਾਂ ਦੀ, ਆਪਣੀਆਂ ਆਂਡਿਆਂ ਦੀ ਸੰਭਾਲ ਕਰਦੇ ਆ। ਜਦੋਂ ਉਸ ਮਾਤਾ ਨੇ ਉਹਨੂੰ ਪਤਾ ਹੈ ਕਿ ਮੇਰੇ ਜਨਮ ਦੀ ਕਿਰਿਆ ਹੋਣੀ, ਉਸ ਤੋਂ ਪਹਿਲਾਂ ਹੀ ਯਤਨ ਸ਼ੁਰੂ ਕਰ ਦਿੰਦੇ ਆ। ਇੱਕ ਟੀਕਾ ਕੋਈ ਕਿਤੇ ਚੁਣਿਆ, ਕੋਈ ਕਿਤੇ ਚੁਣਿਆ, ਕਿੰਨਾ ਸੋਹਣਾ ਉਹ ਬਿਲਕੁਲ ਉਹਨੂੰ ਆਪਣੇ ਰਹਿਣ ਮੁਤਾਬਕ, ਉਹਨਾਂ ਕਿਹੜਾ ਕਿਸੇ ਨੂੰ ਦਿਖਾਉਣਾ, ਉਹਨਾਂ ਕਿਸੇ ਕੋਲ ਵਾਵਾ ਥੋੜਾ ਲੈਣੀ, ਬੜੀ ਵੱਡੀ ਕੋਠੀ ਪਾਈ, ਉਹਨਾਂ ਨੂੰ ਜਿੰਨੀ ਕੁ ਲੋੜ ਆ ਉਸ ਹਿਸਾਬ ਦੇ ਨਾਲ ਉਹਨਾਂ ਉਨੇ ਕੁ ਸਮੇਂ ਦੇ ਲਈ ਬਣਾ ਲੈਣਾ। ਜਦੋਂ ਉਹਨਾਂ ਅੰਡਿਆਂ ਤੋਂ ਪੰਛੀ ਨਿਕਲ ਆਏ, ਤੁਸੀਂ ਵੇਖੋ ਕਿੰਨਾ ਥਾਵਾਂ ਦੇ ਉੱਤੇ ਮੈਂ ਵੇਖ ਲਿਆ ਸਸਰਾਲ ਦੇ ਵਿੱਚ ਸਾਡੇ ਇੱਥੇ ਗੁਰਦੁਆਰਾ ਸਾਹਿਬ ਹੀ ਉਹ ਏਸੀ ਚੱਲਦਾ, ਏਸੀ ਦਾ ਬਾਹਰ ਵਾਲਾ ਪੱਖਾ ਚੱਲਦਾ। ਹੁਣ ਉਹਦੇ ਇੱਕ ਸਾਈਡ ਤੇ ਜਿੱਥੋਂ ਵਾਇਰਸ ਨਿਕਲਦੀਆਂ, ਤਾਰਾਂ ਨਿਕਲਦੀਆਂ, ਉਹਦੇ ਵਿੱਚ ਦੀ ਇੱਕ ਚਿੜੀ ਵੜਦੀ ਆ, ਇੱਕ ਟੀਲਾ ਲੈ ਕੇ। ਹੁਣ ਉਹਦੇ ਚ ਪੱਖਾ ਵੀ ਘੁੰਮਣਾ ਹੈ, ਪੱਖਾ ਵੀ ਚੱਲਣਾ। ਅਸੀਂ ਆਪਣੇ ਆਪ ਨੂੰ ਕਿੰਨਾ ਸਿਆਣਾ ਸਮਝਦੇ ਪਏ, ਅਸੀਂ ਬਹੁਤ ਸਿਆਣੇ ਹਾਂ ਜੀ, ਅਸੀਂ ਬੜੀ ਟੈਕਨੋਲੋਜੀ ਆ ਜੀ, ਅਸੀਂ ਬਹੁਤ ਐਡਵਾਂਸ ਹੋ ਗਏ। ਪਰ ਜਦੋਂ ਇੱਦਾਂ ਦੀਆਂ ਚੀਜ਼ਾਂ ਪ੍ਰਕਿਰਤੀ ਤੋਂ ਵੇਖੀ, ਹੁਣ ਬਾਹਰ ਦਾ ਜਿਹੜਾ ਆਊਟਡੋਰ ਪੱਖਾ ਚੱਲ ਰਿਹਾ ਜੀ ਸੀਗਾ, ਉਸ ਬਾਕਸ ਵਿੱਚ ਬਿਲਕੁਲ ਥੋੜੀ ਜਿਹੀ ਜਗ੍ਹਾ, ਉਹਦੇ ਚੋਂ ਇੱਕ ਟੀਲਾ ਲੈ ਕੇ ਆਪਣਾ ਉਹਦੇ ਵਿੱਚ ਆਲਣਾ ਬਣਾਉਣਾ ਹੈ, ਤੇ ਬਣਾਉਣਾ ਵੀ ਪੱਖੇ ਤੋਂ ਦੂਰ ਹੈ ਵੀ ਉਹ ਚੱਲਦਾ ਵੀ ਰਹੇ, ਚੱਲਦਿਆਂ ਵੀ ਜਾਣ ਦਾ ਬਚਾਅ। ਉਹਦੇ ਤੇ ਟੇਪ ਲਾਈ ਵੀ ਬੰਦ ਕੀਤਾ ਜਾਵੇ, ਇਹ ਨਾ ਹੋਵੇ ਕਿਤੇ ਪੱਖੇ ਦੇ ਆਦਮੀ ਦੀ ਮੌਤ ਨਾ ਹੋ ਜਾਏ। ਪਰ ਉਹਨੇ ਫੇਰ ਦੁਬਾਰਾ ਉਸੇ ਪ੍ਰਕਾਰ ਹੀ ਉਹ ਚੱਲਦਾ ਵੀ ਆ, ਚੱਲਦਿਆਂ ਵੀ ਉਹ ਵਿੱਚ ਵੜਦੀ ਗਈ, ਉਹਦੇ ਪੀੜੀ ਤੇ ਨਿਕਲਦੀ ਗਈ। ਇਹਨੂੰ ਮਹਿਸੂਸ ਨਾ ਕਰੋ, ਕੇਵਲ ਸਮਝਣ ਦੀ ਬੇਨਤੀ ਕਰ ਰਿਹਾ ਕਿ ਕਿੰਨਾ ਉਸ ਪ੍ਰਕਿਰਤੀ ਨੇ ਤਾਂ ਕਿੰਨਾ ਕੁਦਰਤ ਨੇ, ਕਿੰਨਾ ਉਸ ਅਕਾਲ ਪੁਰਖ ਵਾਹਿਗੁਰੂ ਜਿਹੜੇ ਸਾਨੂੰ ਰੱਬੀ ਬਾਣੀ ਚ ਕਹਿ ਰਹੇ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਕਿਸ ਦੀ ਹੈ, ਚੱਲ ਵੇ ਜੰਤਰ ਪਾਏ ਰੰਗਨਾ ਪਿਰੋਜੀ ਦੇ, ਉੱਥੇ ਹੱਥ ਨਾ ਚੱਲੇ ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਕੀ ਖਾਣਾ ਇਹ ਕਰੇ। ਪਰ ਅਸੀਂ ਕੇਵਲ ਆਪਣੀ ਬਾਤ ਦੀ ਦੇਖੋ ਸਵਾਰਨ ਦੇ ਉੱਤੇ ਸਾਰਾ ਜ਼ੋਰ ਆਪਣਾ ਲਾ ਦਿੱਤਾ, ਦੁਨੀਆਂ ਤੇ ਪ੍ਰਭਾਵ ਪਾਉਣ ਦੇ ਉੱਤੇ ਸਾਰਾ ਜ਼ੋਰ ਲਾ ਦਿੱਤਾ। ਉਹ ਵੀ ਗੱਲਾਂ ਕੀਤੀਆਂ ਜਾਂ ਉਹ ਵੀ ਕੰਮ ਕੀਤੇ ਜਿਨ੍ਹਾਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਸੀ, ਉਹ ਵੀ ਕੁਛ ਤੇ ਜੇ ਬਜਾਏ ਇਹਦੇ ਨਾਲੋਂ ਦੁਨੀਆ ਵਿੱਚ ਰਹਿੰਦੇ ਆਪਣਾ ਕਾਰ ਵਿਹਾਰ ਕਰਦੇ ਆ, ਆਤਮਾ ਨੂੰ ਸਵਾਰਨ ਦਾ ਯਤਨ ਕੀਤਾ ਹੁੰਦਾ, ਤੇ ਸਾਹਿਬ ਆਖਦੇ ਆ ਆਪ ਸਵਾਰ ਹੈ, ਮੈਂ ਮਿਲਿਆ ਤੋਂ ਪਾਪ ਰੱਬ ਨੂੰ ਮਿਲਦਾ ਹੈ। ਇਹਦੀ ਵਰਤੋਂ ਤੇ ਠੀਕ ਗਈ ਆ, ਬਾਕੀ ਬਾਲ ਬੱਚਾ ਪਾਲਣ ਕੁਝ ਨਹੀਂ ਤੇ ਚੱਲਦਾ ਰਹਿਣਾ ਇਸੇ ਪ੍ਰਕਾਰ। ਮਨ ਕੋ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੇ ਜੇ ਕੁਝ ਨਹੀਂ ਹੁੰਦਾ ਤੇ ਨਹੀਂ ਠੀਕ ਰਾਹ ਦੇ ਉੱਤੇ ਤੁਰਦੇ ਤੇ ਫਿਰ ਕਹਿੰਦੇ ਤੂੰ ਬਾਕੀ ਚੀਜ਼ਾਂ ਦਾ ਵੀ ਸੱਤਿਆਨਾਸ਼ ਕਰ ਰਿਹਾ। ਅੱਲਾ ਬੋਲ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਪਾਵਨ ਪਵਿੱਤਰ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਆਓ ਗੁਰੂ ਚਰਨਾਂ ਦਾ ਆਸਰਾ ਲਈਏ, ਕੋਈ ਰਸਨਾ ਵਿਰਵੀ ਬਾਕੀ ਨਾ ਰਹੇ। ਸਾਰੇ ਕਿਰਪਾ ਕਰਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਪਰਮਾਣੁ ਪਰਜਤ ਆਕਾਸ਼ੈ, ਦੀਪ ਲੋ ਸਿਖੰਡਣਾ, ਗਸ਼ੀਨ ਨੈਣ ਪਾਰੀਨ ਨਾਨਕ, ਬਿਨਾ ਸਾਧੂ ਨ ਸਿੱਧਤੇ। ਹੁਣ ਕਈਆਂ ਨੇ ਕੀ ਕੀਤਾ, ਇਸ ਸਰੀਰ ਦੀ ਵਰਤੋਂ ਉਹਨਾਂ ਨੇ ਇਸ ਕੰਮ ਲਈ ਕਰਨੀ ਸ਼ੁਰੂ ਕਰਤੀ, ਘਰ ਬਾਹਰ ਉਹਨਾਂ ਨੇ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਜੰਗਲਾਂ ਵਿੱਚ ਬਹਿ ਗਏ। ਕਿਸੇ ਨੇ ਪਿੰਡੇ ਤੇ ਸਵਾਹ ਫੜ ਲਈ, ਕਿਸੇ ਨੇ ਧੂਣਾ ਪਾ ਲਿਆ, ਕੋਈ ਉਲਟਾ ਪੇੜ ਦੇ ਨਾਲ ਰੁੱਖ ਦੇ ਨਾਲ ਉਲਟਾ ਲਟਕ ਗਿਆ, ਕੋਈ ਗੁਫਾ 'ਚ ਬਹਿ ਗਿਆ, ਕੋਈ ਕਹਿੰਦਾ ਮੈਂ ਪੈਰੀ ਜੁੱਤੀ ਨਹੀਂ ਪਾਉਣੀ, ਕੋਈ ਕਹਿੰਦਾ ਮੈਂ ਪ੍ਰਸ਼ਾਦਾ ਨਹੀਂ ਛਕਦਾ, ਸਾਡੇ ਬਾਬਾ ਜੀ ਰੋਟੀ ਨਹੀਂ ਖਾਂਦੇ, ਪ੍ਰਸ਼ਾਦਾ ਨਹੀਂ ਛਕਦੇ।
ਕਈਆਂ ਨੇ ਇਸ ਪ੍ਰਕਾਰ ਇਹਦੀ ਵਰਤੋਂ ਕਰਨੀ, ਜਿਹਨੂੰ ਆਪਾਂ ਕੱਲ ਵੀ ਸਮਝਿਆ ਸੀ ਕਿ ਇਹਨੂੰ ਤਪਾਉਣਾ ਸ਼ੁਰੂ ਕਰਤਾ, ਸਰੀਰ ਨੂੰ ਦੁਖੀ ਕਰਨਾ ਸ਼ੁਰੂ ਕਰਤਾ। ਜੁੜਨਾ ਸੀ ਪਰਮੇਸ਼ਰ ਦੇ ਨਾਲ, ਬੰਦਗੀ ਕਰਨੀ ਸੀ ਰੱਬ ਦੀ, ਉਹ ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵਰਦਿਆਂ ਵਿੱਚੇ ਹੋਵੇ ਮੁਕਤ, ਉਹ ਸਾਰਾ ਕੁਝ ਸੰਸਾਰੀ ਕਿਰਿਆ ਕਰਦਿਆਂ ਵੀ ਹੋ ਸਕਦਾ। ਪਰ ਕੁਝ ਬੰਦਿਆਂ ਨੇ ਕੀ ਕੀਤਾ, ਉਹਨਾਂ ਨੇ ਘਰ ਬਾਰ ਛੱਡਿਆ ਤੇ ਉਹਨਾਂ ਨੇ ਯਤਨ ਕੀਤਾ ਰਿੱਧੀਆਂ ਸਿੱਧੀਆਂ ਹਾਸਲ ਕਰਨ ਦਾ। ਉਹਨਾਂ ਨੇ ਬੰਦਗੀ ਕੀਤੀ, ਪਰ ਬੰਦਗੀ ਇਸ ਕੰਮ ਵਾਸਤੇ ਕੀਤੀ ਕਿ ਸਾਡੇ ਅੰਦਰ ਰਿੱਧੀ ਸਿੱਧੀ ਆ ਜਾਏ, ਸਾਡੇ ਅੰਦਰ ਕਰਾਮਾਤ ਆ ਜਾਏ, ਅਸੀਂ ਅਗੰਮੀ ਤਾਕਤਾਂ ਦੇ ਮਾਲਕ ਬਣ ਜਾਈਏ। ਤੇ ਕਿਤੇ ਨਾ ਕਿਤੇ ਉਹਦੇ ਪਿੱਛੇ ਮੈਂਟੈਲਿਟੀ ਜਿਹੜੀ ਕੰਮ ਕਰ ਰਹੀ ਹੈ, ਜਿਹੜੀ ਥਿੰਕਿੰਗ ਕੰਮ ਕਰ ਰਹੀ ਹੈ, ਉਹ ਇਹ ਹੀ ਸੀ ਅਸੀਂ ਕਿਸੇ ਤੇ ਪ੍ਰਭਾਵ ਪਾ ਸਕੀਏ, ਅਸੀਂ ਕਿਸੇ ਉੱਤੇ ਪ੍ਰਭਾਵ ਪਾ ਸਕੀਏ। ਫਲਾਣਾ ਮੂੰਹ ਚੋਂ ਅੱਗ ਕੱਢ ਦਿੰਦਾ ਹੈ, ਫਲਾਣਾ ਪਹਾੜ ਲੈ ਕੇ ਉੱਡ ਜਾਂਦਾ ਹੈ, ਦੂਜਾ ਏਦਾਂ ਕਰ ਦਿੰਦਾ ਹੈ, ਤੀਜਾ ਏਦਾਂ ਕਰ ਦਿੰਦਾ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਟਾਲੇ ਉਹਨਾਂ ਦੀ ਸ਼ਿਵਰਾਤਰੀ ਦੇ ਮੇਲੇ ਦੇ ਉੱਤੇ ਸਿੱਧਾਂ ਨਾਲ ਪੋਸਟ ਹੋਈ ਹੈ, ਉਹਨਾਂ ਜੋਗੀਆਂ ਦਾ ਸਿਰਮੌਰ ਜਿਹੜਾ ਜੋਗੀ, ਉਹਦਾ ਨਾਮ ਭੰਗਰਨਾਥ ਭਾਈ ਗੁਰਦਾਸ ਜੀ ਸੀ। ਹੁਣ ਸਤਿਗੁਰਾਂ ਦੀ ਸਿੱਧਾਂ ਦੇ ਨਾਲ ਗੋਸ਼ਟੀ ਹੋ ਰਹੀ ਆ, ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਉਦਾਸੀ ਕੱਪੜੇ ਲਾ ਕੇ ਸੰਸਾਰੀ ਕੱਪੜੇ ਪਾ ਕੇ ਪਹੁੰਚਦੇ ਆ ਤੇ ਤਮਾਮ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਬੋਲਾਂ ਤੋਂ ਪ੍ਰਭਾਵਿਤ ਹੁੰਦੇ ਨੇ, ਉਹਨਾਂ ਦੀਆਂ ਵਿਚਾਰਾਂ ਤੋਂ ਪ੍ਰਭਾਵਿਤ ਹੁੰਦੇ ਨੇ। ਮਾਰਿਆ ਸਿੱਧਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਸ ਪੰਥ ਦੇ ਪਾਂਧੀ ਬਣਨ ਦਾ ਯਤਨ ਕਰਦੇ। ਹੁਣ ਖਾਦੀ ਪੁਲਿਸ ਜੋ ਤੀਸਰਾ ਗੋਸ਼ਟ ਕਰਨ ਸੱਤਾ ਉਠਾਈ, ਉਹਨਾਂ ਨੇ ਬੜੀ ਪੁਲਿਸ ਖਾਦੀ, ਪੁਲਿਸ ਪ੍ਰਭਾਵ ਬੜੀ ਈਰਖਾ ਕੀਤੀ ਕਿ ਇਹ ਸਾਡੇ ਨਾਲੋਂ ਛੋਟਾ ਤੇ ਹੈ ਵੀ ਸੰਸਾਰੀ, ਰਹਿੰਦਾ ਵੀ ਪਰਿਵਾਰ ਵਿੱਚ ਆ, ਬਾਲ ਬੱਚੇ ਵਾਲਾ। ਗੁਰੂ ਨਾਨਕ ਸਾਹਿਬ ਵਾਸਤੇ ਬੋਲ ਵਰਤਦੇ ਤੇ ਲੋਕੀ ਧੜਾ ਧੜ ਇਹਦੇ ਵੱਲ ਹੋਣ ਲੱਗ ਪਏ। ਕੀ ਇਹੋ ਜਿਹੀ ਕਲਾ ਵਿਖਾ ਦਿੱਤੀ ਲੋਕਾਂ ਨੂੰ, ਕਿਉਂਕਿ ਉਹਨਾਂ ਦੇ ਮਨ ਵਿੱਚ ਸੀ ਸ਼ਾਇਦ ਜਾਦੂ ਟੂਣੇ ਦਿਖਾ ਕੇ ਕਿ ਅਸੀਂ ਲੰਗੋਟ ਵਿੱਚ ਰਹਿੰਦੇ ਹਾਂ, ਕਿ ਅਸੀਂ ਘਰੋਂ ਬਾਹਰ ਰਹਿੰਦੇ ਹਾਂ, ਕਿ ਅਸੀਂ ਪਿੰਡੇ ਤੇ ਦੁੱਖ ਝੱਲਦੇ ਹਾਂ, ਇਹ ਗੱਲਾਂ ਕਰਕੇ ਲੋਕਾਂ ਤੇ ਪ੍ਰਭਾਵ ਪਾਇਆ ਜਾ ਸਕਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਏਦਾਂ ਦਾ ਕੁਝ ਵੀ ਨਹੀਂ ਕੀਤਾ। ਹੁਣ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਉਹਨਾਂ ਜੋਗੀਆਂ ਵਿੱਚ ਜਾਂਦੇ ਆ, ਉੱਥੇ ਬੈਠਦੇ ਆ, ਲੋਕੀ ਆ ਕੇ ਨਮਸਕਾਰ ਕਰਦੇ ਆ, ਸਤਿਗੁਰਾਂ ਦੇ ਬੋਲ ਸੁਣਦੇ ਆ। ਇੱਕ ਦੁਕਾਨ ਦਾ ਗਾਹਕ ਗੁਆਂਢੀਆਂ ਦੀ ਦੁਕਾਨ ਤੇ ਜਾਣ ਲੱਗ ਪਏ, ਪੱਕਾ ਗਾਹਕ ਹੋਵੇ ਕਿਸੇ ਦਾ, ਤੇ ਗੁਆਂਢੀਆਂ ਕੋਲੋਂ ਚੀਜ਼ਾਂ ਖਰੀਦਣ ਲੱਗ ਪਏ। ਤੇ ਬੰਦਾ ਕਿਤੇ ਨਾ ਕਿਤੇ ਸੋਚਦਾ ਤੇ ਹੈ ਕੀ ਕਾਰਨ ਹੋ ਸਕਦਾ ਹੈ ਕਿ ਇੱਧਰੋਂ ਸਾਡੀ ਉਧਰ ਚਲਿਆ ਗਿਆ। ਉਹ ਲੋਕ ਧੜਾ ਧੜ ਜਿਹੜੇ ਜੋਗੀਆਂ ਦੀਆਂ ਪੈਰਾਂ ਹੇਠਾਂ ਤਲੀਆਂ ਵਿਛਾਉਂਦੇ ਸੀ, ਉਹਨਾਂ ਨੂੰ ਮੱਥੇ ਟੇਕਦੇ ਸੀ, ਰੱਬ ਮੰਨਦੇ ਸੀ ਉਹਨਾਂ ਨੂੰ ਵੀ ਇਹ ਬੜੇ ਚੰਗੇ, ਆਪਣਾ ਘਰ ਬਾਰ ਛੱਡ ਕੇ, ਆਪਣਾ ਟੱਬਰ ਟੋੜ ਛੱਡ ਕੇ ਤੇ ਤੁਰੇ ਫਿਰਦੇ ਆ ਜੰਗਲਾਂ ਦੇ ਵਿੱਚ, ਬੜੇ ਵਧੀਆ। ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਟੱਬਰ ਛੱਡਣ ਦੀ ਤੇ ਲੋੜ ਹੀ ਨਹੀਂ, ਪਰਿਵਾਰ ਛੱਡਣ ਦੀ, ਤੁਸੀਂ ਪਰਿਵਾਰ ਵਿੱਚ ਰਹਿੰਦੇ ਆ ਵੀ ਸਰਕਾਰ ਨੂੰ ਵਾਹਿਗੁਰੂ ਦੀ ਭਗਤੀ ਕਰ ਸਕਦੇ। ਲੋਕੀ ਧੜਾ ਧੜ ਇੱਧਰ ਜੁੜਨੇ ਸ਼ੁਰੂ ਹੋ ਗਏ। ਫਿਰ ਉਹ ਜੋਗੀ ਪੁੱਛਦੇ ਗੁਰੂ ਨਾਨਕ ਸਾਹਿਬ ਮਹਾਰਾਜ, सेता सुन नानका तुहे जग को क्या करा मात दिखाई, किस दिखाले असानू क्यों एवें ढिल अवेही लाई। आखिर किहड़ी करा मात दिखाई, की करके दिखाया। इन्ने लोकां नूं इकट्ठे करदिया सानू सारी सारी उम्र लंघ गई, साडी तां भी इन्ने लोग नहीं साडे कोल इकट्ठे होए। जिन्नी भीड़ वड्डी ਉਹਨਾਂ ਗੁਰੂ ਵੱਡਾ। ਅੱਜ ਦੇ ਸਮੇਂ ਵੀ ਇਦਾਂ ਫਲਾਣੇ ਥਾਂ ਦੀ ਬੜੀ ਸੰਗਤ ਜਾਂਦੀ ਹੈ, ਜਿਵੇਂ ਬਾਬਿਆਂ ਦੇ ਕੋਲ ਫਲਾਣੇ ਥਾਂ ਬੜੇ ਲੋਕੀ ਜਾਂਦੇ ਆ। ਬਹੁਤੀ ਭੀੜ ਨੂੰ ਪੈਮਾਨਾ ਮੰਨਿਆ ਜਾ ਰਿਹਾ ਹੈ ਕਿਸੇ ਦੀ ਬ੍ਰਹਮ ਗਿਆਨਤਾ ਦਾ। ਬਹੁਤੀ ਭੀੜ ਨੂੰ ਪੈਮਾਨਾ ਮੰਨਿਆ ਜਾ ਰਿਹਾ ਹੈ ਕਿਸੇ ਦੇ ਸੰਤ ਪੁਣੇ ਦਾ। बड़ी भीड़ बड़ी संगत आती है, उत्थे वीरवार बड़ी आती है जी, बुधवार बड़ी आती है जी, मंगलवार बड़े लोग करते होंगे, उत्थे दे थां नहीं मिलता। ये पैमाना रख के बैठे असीं। हुण जदों उन्हां लोकां वेखिया धड़ा धड़ लोग गुरु नानक साहिब महाराज की विचारधारा नाल सहमत होण लग पए। किहड़ी करामात विखाई है जी गुरु नानक साहिब महाराज सच्चे पातशाह कहंदे कि सानूं कोई करामात विखाउण दी लोड़ ही नहीं।
गुरबाणी गुरु शब्द बिन दूजी ओत नहीं है लाई। कहते गुरु के शब्द बिना उस परमात्मा की भगती तो बिना साडे पास इतना तक कुछ भी नहीं है तुहानूं दिखाउण वास्ते। उन्होंने फिर डराउण का यतन किया, उन्होंने कोई खंभ ला के उड्डण लग पिया जी उन्होंने सिद्धां दे विचों, क्योंकि उन्होंने भगती इसे काम लई कीती सी। उन्होंने भगती ही इसे काम वास्ते की। इत्थे मैं नाल एक इतिहासक घटना जिहड़ी आपां हर साल होली दे उत्ते सरवण करदे हां। हुण हरनाक्ष ने भी बदली की, पर की काहदे वास्ते उन्हें की मैं मरण। उन्हें तप किया, पर तप करके जदों उस गाथा में तप आप सुनते हैं उन्होंने मौका दिता गया मंग की मंगदा है ते मंग की रख रहा है। मंगिया तो ये करना चाहिए सी जो अज के शब्द साहब कृपा करते हैं, बिना साधु ना सजियत के बिना सतगुरु तो किसी प्रकार छुटकारा नहीं। मंगिया तो ये करना चाहिए सी तेरे नाल ही मिल जावां, मैनूं भटकना ना पवे दोबारा। उन्हें की मंगिया, उन्हें मंग लिया कि मैं मरा ना। तेनों की लगता है किवें बंदे की मौत होती है? जिन्नियां गल्लां नूं पता सी उन्हें आख्या कि ना मैं दिने मरा, ना रात मरा, ना मैं अंदर मरा, ना मैं बाहर मरा, ना मैं किसी बंदे तो मरा, ना किसी जानवर तो मरा, ना अस्त्र तो, ना शस्त्र तो। उन्होंने कंडीशन रख लिया। मंगिया की जा सकता सी उन्हीं थां ते, वो की करना चाहता है? वो प्रभाव पाना चाहता दूजे उत्ते। मैं हुण मरना नहीं हाँ, तो उन्हें यह गल कीता ना जी, फिर उन्हें लोगों को अपना नाम चुकाना शुरू कर दिया। लोगों को कहता भी रब रूप नाम की कुछ है नहीं होगी, मैं ही रब हूँ। इस गल को भुल गया कि जिहदा तप करके जी भगती करके मैं सारा कुछ हासिल किया है, वो कितना बेअंत आ। उसकी भगती करके मैं हासिल किया, तो आप कितना समर्थ होगा। उन्हें मंदिरों के उन्हें धार्मिक स्थानों से इतों तक जोड़े बच्चे स्कूल में पढ़ते हैं, पाठशाला पढ़ते हैं, उन्होंने सिलेबस ये चीज ऐड करती कि इन्हों अज तो बाद कोई राम का नाम ना लवे, कोई हरि का नाम ना लवे, कोई कृष्ण का नाम ना लवे, कोई परमात्मा का तो ना ही भुल जाओ। दिन रात बस कोई आवाज आवे जले हरनाकश, जल में भी हरनाकश, फल भी हरनाकश, आकाश में भी हरनाकश, सारे देने वाला भी हरनाकश। उन्हें ये दिखाना शुरू करता, पर उस परिपूर्ण परमात्मा ने खत्म करने के वास्ते भाई गुरदास कहते उस कलर वर्गी धरती विच प्रहलाद वर्गा कमल वर्गा फुल पैदा करके भेजा, जिहड़ा उहदी मौत का कारण बनता है। हुण भगती ते कीती इहदी भैण होलिका ने, उन्हें भगती की, उन्हें भगती करके उस गाथा के अनुसार उन्हें की मंग मंगी मैं सड़ा ना। मंगना की चाहिए कि मैं तेरे नाल ही हो जा, मैनूं इस संसारी कलेश विच भी सड़ना ना पवे। वो कहती नहीं बाहर वाली अग च ना सड़ा, बस वो करामात हासिल कर ले, वो शक्ति हासिल कर ले। और उस परमात्मा ने बिन बनाई जिहड़ा उहदा शरीर बन के बह जाता है ना, क्योंकि उहदी वर्गा दूजा दुनिया ते कोई भी नहीं है। इन्हां कोल केवल एक चीज आ गई, एक कोल आ गया कि मैं दिने ना मरा, ना रात ना मरा, ना जानवर को, ना बंदे को, ना अस्त्र तो, ना शस्त्र तो। ते दूजी कोल की करा बात है, ये जी सड़दी नहीं है, जिथे मर्जी अग च पा दो। की है ये कोल एक कितना का कपड़ा आ, एक कितना का शॉल आ, वो अपने पिंडे ते लै लवे, अग च बह गए, अग में छाड़ती नहीं। मैं साची गल कहना, केवल मैं बेनती कर रहा जिस परमात्मा ने विध बनाई, प्रहलाद को होर कई तरीकों मारन का यत्न किया, सारे तरीके फेल हो गए। अखीर को अपनी भैन को कहता भी ये अपने राह जरूरा पड़ेगा। हुण प्रहलाद की करामात तो नहीं ना कर रहा, प्रहलाद की कर रहा वा राम जपो जी ऐसे ऐसे तू प्रहलाद जपियो हर जैसे। वो की कर रहा है, वो केवल परमात्मा का नाम वो केवल उसकी बंदगी कर रहा है, वो करामात वाले पास नहीं, वो किसी ने प्रभाव से नहीं पाना चाहता। इस गल को जानदिया होया उसकी मां उसके अगे हाथ जोड़ती है, बेनती करती पुत्र तेरे पिता ने तेनों खत्म कर देना है, ओले हो के जो मर्जी कही जाया कर, जो प्यो के सामने होना है उहदा नाम जप लिया कर। आकर वो प्यो सी उहदा, पर वो फिर भी उस पासे नहीं।
वो फिर भी परमेश्वर की बंदगी करता रहा, भगती करता रहा। अग बाली गई, चिखा चढ़ी गई, ਉਹਦੇ ਵਿੱਚ ਬਚਾਉਣ ਦਾ ਯਤਨ ਕੀਤਾ। ਤੇ ਉਹ ਬੈਗੀ ਲੈ ਕੇ ਆਪਣੇ ਤੋਂ ਸ਼ਾਲ ਲੈ ਲਿਆ, ਆਪਣੇ ਤੋਂ ਕੱਪੜਾ ਲੈ ਲਿਆ, ਉਹ ਸ਼ਾਲੂ ਲੈ ਲਿਆ ਉੱਪਰ। ਜਦੋਂ ਅੱਗ ਮੱਚੀ ਤੇ ਐਸੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਖੇਡ ਵਰਤਾਈ ਕਿ ਉਹ ਕੱਪੜਾ उस सागी मुताबिक गाथा के मुताबिक प्रहलाद जी के उत्ते आ गया, अपने भगत को हाथ दे के रख लिया ते होलिका सड़ के सवाह हो गई। ओदी खेल भी लोगों ने आकाश में उठाई कि बदी के उत्ते बेटी की जित हुई। इदा ही हरनाक्ष मारिया गया, हरनाक्ष खत्म किया। नरसिंह रूप धारण करके अपने नौं नाल पाड़िया, कहना मैं मार नहीं सकता, कहते कोई गल नहीं, दस दे किवें मारी। मैं तो वार प्राप्त किया, की वार प्राप्त किया, ना दिने मरा ना रात मरा, संत का समय ना पूरा दिन ना पूरी रात। मैं तो वार प्राप्त किया, ना अंदर मरा ना बाहर, दहलीज विच रख लिया। मैं तो वार प्राप्त किया, ना मैं पानी च मर सकता, ना मैं धरती से मर सकता, ना आकाश से। उन्हें अपने पट्टां ते रख लिया, कहना ना धरती ते है ना आकाश विच, तेन मैं अपने पट्टां ते टिकाया होया। अद्धा रूप शेर का ते अद्धा बंदे। हुण इन्हां बंदियां सारा यतन ही कीता लोकां ते प्रभाव पाउण दा। ते सतगुरु साहिब महाराज जी दा मैं जिक्र कर रहा सा, सिद्धां ने कोई खंभ ला के उड़ रहा, कोई मूंह चों अग कढ रहा, कोई पंछियां दे उत्ते बैठ के सवारी कर रहा, किते गुरु नानक साहिब महाराज नूं पानी लैण वास्ते भेज दिंदे आ। जदों पहिलां गोश्ती हुंदी है ते अगले पासे हीरे जवाहरात विखा दिंदे, पाछे किते पानी है नहीं उत्ते। हुण इस दर घर की रौह रीत वखरी है। हुण अखीर हुण जदों आपां इस करामात दे कंसैप्ट नूं समझण दा, रदियां सदियां नूं समझण दा यतन करांगे ना सत संगत, हुण जदों भगत कबीर साहिब ने हत्थां पैरां नूं बेड़ियां मार के मारन दा यतन कीता जांदा है, गंगा दे विच सुੱਟਿਆ ਜਾਂਦਾ है, पर किते ना किते उन्हां ने भगत कबीर साहिब ने, हुण वेखो उन्हां दे अगांह उस लैवल दा भी भगत नहीं ना होया दोबारा। जे भगत नामदेव को खत्म करता यतन किया जाता तो उस लैवल का, उस जोत का हानी दोबारा नहीं कोई मिलिया उन्होंने खुद तो विचों, जां जिहड़े उन्होंने अंश-वंश अगे बण गए। हुण प्रहलाद जी की अंश-वंश उवें नहीं अगे चले। कहण के भाव जदों उन्हां नूं थंम नूं जप्पी पाउण दा जिक्र मिलदा आ ते अखीर उन्हां दा मन जां घबराउंदा है। जां आपां इक धारणा पढ़दे सां, कीड़ी ना बण दो रामा, प्रहलाद बोल जाता, किसी ना किसी का आसरा लिया, उन्हें अगे अपने बचन वास्ते फरियाद की। इधर भगत कबीर साहब जी आखदे आ कि उस अकाल पुरख की कृपा के नाल, उस ओदियां लहरां दे नाल मेरियां जंजीरां जिहड़ियां ने वो टुट जांदियां। किधर की फरियाद की बचन के वास्ते। पर इधरले पासे जो धन गुरु अर्जन देव साहब सच्चे पातशाह को खत्म करने का यतन किया जाता है, वो की नहीं सी कर सकते। साईं मियां मीर चल के गए ना कि उन्होंने कोल जाति की कहते आ, खम्मा दे नाल सिक्खां बन्निया होया ते सिख कह रहा पातशाह जी ये हुक्म करो, तुसी हुक्म करो कि पातशाह लाहौर ते दिल्ली की इट नाल इट खड़का सकते हैं। तो मेरे पातशाह किसी कितों लिया सारा कुछ, नीवी पानी पई भी वो सतगुरु आप भी नहीं कर सकते। पर उत्थे मकसद ये सी कि भगत कबीर साहब ने, भगत नामदेव जिन्हां ने, जां होर जिन्हां भगती करने वालियां दे उत्ते भीड़ दा समा आया, औखा समा आया, परमात्मा उन्हां नूं बचाउंदे रहे, उन्हां दे शरीर नूं भी बचा लैंदे रहे। पर शहीदां दे सरदार सतगुरां दी गोद विच बैठे आ, वो किताब, वो तखल्लस केवल ते केवल गुरु अर्जन देव साहब महाराज नूं मिलदा है कि भाई जो कुछ परमात्मा वरता रहा है, तुहाडे कोल रिद्धियां सिद्धियां होण, तुहाडे कोल करामातां होण, तुहाडे कोल शक्तियां होण, पर वो सारा घलोंदियां होया ये गल कही जाए कि तेरा किया मीठा है हर नाम पदार्थ नानक मांगे। फिर सतगुरु जी आप कल्ले शहीद नहीं होंदे, उन्हां तों फिर शहीदां दी एक संप्रदा अगले पासे पूरी दा पूरा लाम जाम नित शहीद, हर वेले शहीद। उन्हां दे अगले पैरोकार, उन्हां दे शिष्य, उन्हां दे चेले, उन्हां दे सिख धड़ा धड़ शहीदियां देण लग पैंदे। ताण हुंदा होए ताणा, मान हुंदा होए निमाणा,
अनहुंदे आप वंडाए तो ऐसा भगत सदाए। भगती ये नहीं आ कि नाम जपिया सिमरन कीता भगती की तो ਉਹਦੇ बदले रिदियां सिद्धियां मंग लईਆਂ। ਇੱਥੇ ਅਸੀਂ ਦੇਖਦੇ ਹਾਂ ਵੀ ਫਲਾਣੇ ਬਾਬਾ ਜੀ ਤੁਰੇ ਜਾ ਰਹੇ ਸੀ, ਬਾਬਾ ਜੀ ਦੀ ਗੱਡੀ ਦਾ ਤੇਲ ਮੁੱਕ ਗਿਆ, ਬਾਬਾ ਜੀ ਨੇ ਆਖਿਆ ਜਾਓ ਪਾਣੀ ਦੀ ਕੈਨੀ ਭਰ ਕੇ ਲੈ ਆਓ, ਪਾਣੀ ਦੀ ਕੈਨੀ ਪਾ ਕੇ ਤੇ ਗੱਡੀ ਚੱਲਣ ਲੱਗ ਪਈ। ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਨਹੀਂ ਹੈ। ਮੂੰਹ ਚੋਂ ਅੱਗ ਕੱਢਣੀ ਸੌਖੀ ਆ, ਬੋਲ ਬੜਾ ਕੀਮਤੀ, ਇਹਨੂੰ ਧਿਆਨ ਨਾਲ ਸੁਣਿਓ। ਮੂੰਹ ਵਿੱਚੋਂ ਅੱਗ ਕੱਢਣੀ ਸੌਖੀ ਹੈ, ਪਾਣੀ ਦੇ ਉੱਤੇ ਤੁਰਨਾ ਸੌਖਾ ਹੈ, ਆਕਾਸ਼ ਵਿੱਚ ਉੱਡਣਾ ਸੌਖਾ ਆ, ਪਰ ਜਿਹੜੀ ਕਰਾਮਾਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿੱਚ ਆ ਉਹ ਕਿਸੇ ਵਿੱਚ ਹੀ ਨਹੀਂ। ਆਪਾਂ ਮੂੰਹ ਚੋਂ ਅੱਗ ਕੱਢ ਕੇ ਦਿਖਾ ਸਕਦਾ ਕੋਈ ਭਗਤੀ ਕਰਨ ਵਾਲਾ जिन्हें इवें का इल्म हासिल कर लिया, कोई आकाश में उड़ के विखा सकता है, किसी एक चीज को दूजी थां पे उड़ा सकता है, पर किसी बंदे की सोच को ही बदल देना, किसी बंदे के मन को ही बदल देना। मैं कई बार साजियां साजियां करना, पर मैं करता डिफरेंट तरीके के नाल है, क्योंकि जिहड़ियां साजियां प्रचलित उन्हां तो समझ सानू सौखी पैंदी। हुण पौधा राक्ष बाबे मर्दाने नूं तलदा जिहड़ा मैं करदा ते गुरु नानक साहब महाराज तो फूक मार के साड़ देंदे, पर उन्होंने साड़िया नहीं। वो चाहते उन्होंने चुक के उसे ही तत्ते कड़ाए के विच साड़ देंदे, भुन देंदे, खत्म कर दे। पर गुरु नानक विच ये गराम आ गया, गुरु नानक पौधे राक्ष की मत को तब्दील करने का ताण रखदा। गुरु नानक साहब महाराज समर्था के मालक आ, उस शक्ति के मालक आ। हुण सज्जन करना चाहते थे खत्म कर देंगे, पर खत्म कीतिया वो सोच नहीं सी बदल सकता। गुरु नानक साहब महाराज सज्जन तक की सोच तब्दील करते हैं। इस सोच को तब्दील करने का क्या हो रहा, इस सोच को तब्दील करने का किसी बंदे की मत नहीं बदल के रख देना। सारा उम्र बंदे ने चोरियां कीतियां होण, ठगियां मारियां होण, लोगों के कतल कीते होण, तो गुरु नानक साहब महाराज कहण कि तू गलत कर रहा है, तेन अज तो बाद चोरी छड्डनी पवेगी, घूमियां चोर, उसकी सोच ही बदल देनी। उन्होंने कहना अज तो बाद चोरी आख्या जी छड्ड नहीं सकता, की करा किसी माड़े का घर ना लुटी तरीका है मेरे पातशाह दे समझाउण दा। माड़े का घर ना लुटी तेरे करके कोई नजायज फाई देना लगे, तेरे करके किसी बेकसूर को फाई ना लिया जाए। किसी ने घरों लूण खा लिया तो लूण खा के हराम ना कर। राजे के घर गया, पंड बनी समान दी, तुरन लग्या, साखी मुताबक मेज ते पिया होया फल, कोल पई हुई डब्बी, तली तली पा के लूण चकिया, पंड बच्ची बुझाई। गुरु नानक ने मत तब्दील कर दी हुई। आख्या संफर का उठ गया, मैं ते इहदा लूण चक लिया, वो सारा कुछ धरिया धराया छड्ड के दरवाजे तो लंघन लगा तो जाते पहरेदार पूछता कौन है, बेटा मैं चोर की करना आया, चोरी करना आया। तो पहरेदार कहता भी मेरी चोर की का दस दे साहब, आख्या सच बोलना है, झूठ नहीं बोलना। दरवाजा लंघन लगिया, पहरेदार पूछता कौन है, मैं चोर हाँ, चोरी करने वास्ते आया। वो आस के पास हो गया भी चोर थोड़ा इदा दसते होंगे आ, एक कोई राजे का करीबी होना है, इस चौधरी का कोई करीबी होना है जो मैं कॉल कर रहा, टिकट कर रहा, वो वाकई चोरी करने वास्ते आया। उस तक कोई बनिया समान बनिया तो वो पहरेदार के को उस तरह खाली हथ गया, जो पंज चुप के लगता तो पुछता जो उस प्रकार को लग्या तो लिखा वाकई मखौल ही करता नहीं मेरी चोरी करनी। सवेर हुई जो वेख्या जी पंडा बचियां पईयां सब गहना इकट्ठा घर का साजो समान इकट्ठा करके पंड च बन्निया, सारे घराट परेशान भी बंदा आया भी उन्हें समान चुकिया भी सारा इकट्ठा भी किया, फिर लैके भी नहीं गया। कितना का चोर आया, वो जिन्ने चोर हाईवेज के उत्ते सी जिहड़े उपरली कतार दे विच सन सारे, वो सारे बनने शुरू कर दिते, बनाउणा शुरू कर दिता भी किहड़ा सी तुहाडे च। उन्होंने की हो गई कि मन्ने घूमे पता लगे मेरे करके उत्थे बंदा बनना है, उन्होंने फाइल ला देनी। चल के आया अज कहता सारे छड्ड दिओ, मैं आया सा चोरी करने वास्ते, मेरी कीती क्यों नहीं, मेरे गुरु का हुक्म से नमक खा के नहीं आराम करना। तो मैं सारा कुछ बन लिया, तुर लगे लूण की गली चक के वेख ली, मेरा जी की करना
आख्या ऐसा केड़ा गुरु आ। हुण गुरु नानक देव महाराज ने कहा भूने चोर की थोड़ा सोच बदली है। वो जेड़े चोर उत्थे फाई दे उत्ते टंगे होणगे जिन्हां नूं मारिया जाना होगा वो भी ते गुरु नानक साहब महाराज कोल गए होणगे ना। जिस चौधरी इस ऐतकार के घर भूलिया चोरी करने वास्ते जाता है वो भी तो प्रभावित होया होएगा कि ऐसा केड़ा गुरु वाल की बात बदल। हुण गुरु नानक देव महाराज सच्चे पातशाह फुक्का मार के आके नहीं कढ़दे। धन गुरु अर्जन देव साहब महाराज तत्ती तवी ते बैठ के बर्फ की गली नहीं बनाउंदे। धन गुरु तेग बहादुर साहब महाराज सच्चे पातशाह जी का सीस धर नालों जुड़ा जलाल जलालुद्दीन ने ते पातशाह जी उन्होंने साड़ के सवार नहीं करते। बाबा बंदा सिंह बहादुर उन्होंने सजा दिता है समाने के रहने वाले। गुरु तेग बहादुर साहब महाराज कहते तू अपना काम कर मैं अपना काम कर दूंगा। सतगुरु साहब महाराज जो वरतया पिंडे ते हंडाउण दी सानू जाच दसदे आ। सानू प्रफेर रहन वास्ते कहते आ। किसी दी मत नूं तब्दील करना किसी दी सोच नूं ही तब्दील कर देना किसी फुराए पए होए नूं राहे पा देना। ये गुरु नानक देव महाराज जी के घर की करामात है। पर इत्थे सारा जोर तमाम दुनिया का मैं माफी मांग के बेनती करा कि तुसीं भी किसी ऐसे डेरे दे नाल जुड़े हो ना जिथे ये कुछ कीता जाता है जिथे करामात विखाई जाती ते प्रभावित किया जाता है। इस गल को जान लो। सतगुरु साहब महाराज अज के शब्द में कृपा करके कि परमाणु प्रगट आकाश है। कह लगे कोई बंदा इन्नियां रिद्धियां सिद्धियां हासिल कर लवे अपने आप को इन्ना छोटे तो छोटा शक्ति के नाल करामात के नाल रिद्धि सिद्धि के नाल बना लवे इन्ना छोटा अणु बना लवे कि उसका दोबारा छोटा ना किया जा सकता होगा। बिल्कुल छोटे तो छोटा सूक्ष्म तो सूक्ष्म अणु बिल्कुल निक्का जिहा किनका वो किनका जो कट्टिया ही ना जा सकता हो जिहदे तो फिर दो अगे हो ही ना सकते हो। अखीर इन्ना भी कोई सूक्ष्म करके परमाणु प्रगट आकाश आकाश में उड़दा फिरे एक थां तो गया दूजी थां ते चलिया गया। इत्थे मकसद है सतगुरां दा सानू करामात वाले पासों सुचेत करना। कलगीधर पातशाह जी नूं पुछया जाता है काजी सलारदीन दे वल्लों बहादुर शाह दे पास अंबाले की धरती ते आखिर करामात बताओ। कलगीधर पातशाह जी नहीं साडे पास भी इवें दी करामात नहीं ना सिर्फ दिखाउणी चाहुंदे सारा कुछ हुंदिया होया नहीं। दो तीन बारी जदों कहा करामात कोई करामात मेरे सतगुरु साहब महाराज ने तलवार खिंच ली। जब तलवार खिंच के ताणी मेरे पातशाह कहते ये करामात जिहदे हथ विच ताण है जिहदे हथ विच ये शक्ति है जिन्हों मेरे साहब महाराज की कृपा करते हैं कि शस्त्रन के अधीन है राज अस कृपाण खंडो खड़ग टुट तबर अर तीर सैफ सरोही सहती यह हमारा पीर। सतगुरु कहते सब तो वड्डी करामात है जिहदे हथ विच ये होवे तख्ता तो थले ला सकती है जेडे थले ने उन्होंने तख्ता ते ला सकती। दूजी मेरे सतगुरु साहब महाराज ने एक सिक्का कढ़िया वो कढ़ के तली ते रखिया। पातशाह कहते दूजी करामात यह है जिसके पल्ले घेरा है जिसके पल्ले पैसा है तमाम दुनिया के पैरों के नीचे अपने सिर चढ़ो। सतगुरु साहब महाराज ने करामात नहीं दिखाई। बाबा राम राय भेजे जाते हैं ते साध संगत जी गुरु हरिराय साहब महाराज जी गुरु नानक साहब अंग संग रहणगे कोई करामात नहीं उठाओ। पर उन्होंने की किया बाबा राम राय जी ने उन्होंने कई करामातां दिखाई कई करामातां जिन्हां दा जिक्र आपां शाम की कथा दे विच भी सरवण किया। कई करामातां दिखाईयां प्रभाव पाया औरंगजेब बादशाह ने। औरंगजेब बादशाह ने अपने कोल बिठा लिया अपने कोल उच्चा अहुदा दे दिता 13,000 रुपया रोजाना का देना कर लिया। वो सारा कुछ किया। हुण बाबा राम राय चाहुंदा ते जिहड़ी पुछी सी ओहदे अर्थ औरंगजेब नूं ही आउंदे सी। वो केवल बाबे राम राय की दृढ़ता देखनी चाहता सी। उहदे अंदर कितनी क पटियाई आ वो विश्वास और भरोसा देखना चाहता सी। उन्हें आख्या जी गुरबाणी की पंक्ति किवें आ भला मिट्टी मुसलमान की पेड़ा पई सुनिया
ਤੇ ਬਾਬਾ ਰਾਮ ਰਾਏ ਘਬਰਾਏ, ਇਸ ਗੱਲ ਤੋਂ ਡਰੇ ਵੀ ਜੇ ਕਿਤੇ ਸੱਚ ਬੋਲ ਦਿੱਤਾ, ਇੰਨੀਆਂ ਕਰਾਮਾਤਾਂ ਦਿਖਾਉਣ ਦੇ ਬਾਵਜੂਦ ਵੀ ਸੰਸਾ ਪੈ ਗਿਆ। ਜੇ ਕਿਤੇ ਸੱਚ ਬੋਲ ਦਿੱਤਾ ਤੇ ਇਹ ਨਾ ਹੋਵੇ ਕਿਤੇ ਵੀ ਮੇਰਾ ਜਿਹੜਾ ਮਾਨ ਸਤਿਕਾਰ ਆ ਉਹ ਕਿਤੇ ਬੇਪਤ ਕਰਕੇ ਨਾ ਕੱਢੇ ਰੰਗਦੇ ਬਾਦਸ਼ਾਹ। ਭਗਤੀ ਬਦਲਾਈ, ਕਰਾਮਾਤਾਂ ਦਿਖਾਈਆਂ, ਤੁਕ ਬਦਲਦੀ ਬਾਣੀ ਦੀ ਬਾਦਸ਼ਾਹ ਕਿਤੇ ਵੀ ਸਾਡੇ ਹੁੰਦੇ ਨਾ ਲੱਗੇ। ਕਿਸੇ ਇਨਸਾਨ ਨੇ ਲੰਮਾ ਸਮਾਂ ਭਗਤੀ ਕੀਤੀ, ਕਿਸੇ ਰੰਗ ਰਤਨੇ ਦੇ ਕੋਲ ਗਿਆ ਤੇ ਜਾ ਕੇ ਕਹਿੰਦਾ ਜੀ ਮੈਂ ਬੜੀ ਭਗਤੀ ਕੀਤੀ ਤੇ ਮੈਂ ਇਹਦੀਆਂ ਸਿੱਧੀਆਂ ਹਾਸਲ ਕਰਨੀਆਂ। ਕਹਿੰਦੇ ਕੀ ਦੀ ਸਿੱਧੀ ਹਾਸਲ ਕੀਤੀ ਆ? ਕਹਿੰਦਾ ਜੀ ਮੈਂ ਹੁਣ ਮੂੰਹ ਵਿੱਚੋਂ ਅੱਗ ਕੱਢਣ ਲੱਗ ਪਿਆ। ਜਦੋਂ ਰੰਗ ਰਤੜਾ ਕਹਿੰਦਾ ਵੀ ਇੰਨੇ ਸਾਲ ਭਗਤੀ ਕਰਕੇ ਬੰਦਗੀ ਕਰਕੇ ਅੱਗ ਲਾਉਣੀ ਸਿੱਖੀ, ਜਾਦੂਗਰਾਂ ਵਾਲਾ ਕੰਮ ਸਿੱਖਿਆ। ਭਗਤੀ ਕਰਕੇ ਤੇ ਅੱਗ ਬੁਝਾਉਣ ਵਾਲਾ ਕੰਮ ਕਰਨਾ ਸੀ, ਕਿਸੇ ਤਪ ਦੇ ਹਿਰਦੇ ਨੂੰ ਠਾਰਨ ਵਾਲਾ ਕੰਮ ਕਰਨਾ ਸੀ। ਤੂੰ ਕਹਿੰਦਾ ਮੈਂ ਮੂੰਹ ਚੋਂ ਅੱਗ ਕੱਢ ਲੈਂਦੀ। ਕਿੱਡੀ ਕੁ ਵੱਡੀ ਇਹ ਗੱਲ ਹੈ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਰਹਿਮਤ ਕਰਦੇ, ਕਹਿੰਦੇ ਕੋਈ ਕਰਾਮਾਤਾਂ ਸਹਿਤ ਹੋਵੇ, ਇੰਨੀਆਂ ਸ਼ਕਤੀਆਂ ਦੇ ਸਹਿਤ ਹੋਵੇ, ਬਿਲਕੁਲ ਛੋਟੇ ਤੋਂ ਛੋਟਾ ਹੋ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਚਾਰ ਚੁਫੇਰੇ ਭਰਮਦਾ ਫਿਰੇ। ਪਰਮਾਣੂ ਪਰਜੰਤ ਆਕਾਸ਼ਾ ਦੀਪ ਲੋਸ ਖੰਡਣਾ, ਹਰ ਥਾਂ ਦੇ ਉੱਤੇ ਪਹੁੰਚ ਸਕਦਾ ਹੋਵੇ। ਦੀਪਾਂ ਵਿੱਚ, ਲੋਹਾਂ ਵਿੱਚ, ਖੰਡਾਂ ਵਿੱਚ, ਗਸ਼ੇਰ ਨੈਣ ਭਾਰੇਣ ਅੱਖ ਝਮਕਣ ਦੇ ਸਮੇਂ ਦੇ ਵਿੱਚ ਇੱਥੋਂ ਉਹ ਉੱਥੇ ਚਲਿਆ ਗਿਆ। ਭਾਵ ਬਹੁਤ ਸਾਰੀਆਂ ਰਿਧੀਆਂ ਸੀਗੀਆਂ, ਹੋਣ ਸਭ ਕੁਝ ਪੱਲੇ ਹੋਵੇ, ਪਰ ਤਤ ਦੀ ਗੱਲ ਕਰਦੇ ਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਆ ਗਸ਼ੇਰ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ, ਪਰ ਸਤਿਗੁਰੂ ਤੋਂ ਬਗੈਰ ਉਹਨੂੰ ਫਿਰ ਵੀ ਕੁਛ ਹਾਸਲ ਨਹੀਂ ਹੋ ਸਕਦਾ। ਸਤਿਗੁਰੂ ਜੀ ਦੀ ਸੇਵਾ, ਸਤਿਗੁਰੂ ਪਾਸੋਂ ਸਿੱਖਣ ਦੀ ਦਾਤ ਲੈ ਕੇ ਪ੍ਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ, ਆਪਣੇ ਅੰਦਰ ਗੁਣ ਧਾਰਨ ਕਰਨ ਤੋਂ ਬਿਨਾ, ਜਪ ਤਪ ਉਹ ਜਿਹੜਾ ਮੇਰੇ ਗੁਰੂ ਨੂੰ ਚੰਗਾ ਲੱਗਦਾ ਆ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਇਧਰਲੇ ਪਾਸੇ ਨਹੀਂ ਤੁਰਿਆ ਤੇ ਉਹਦਾ ਉਹ ਸਾਰਾ ਕੁਝ ਵਿਅਰਥ ਆ ਤੇ ਜੀਵਨ ਦਾ ਤੇ ਲਕਸ਼ ਆ ਪ੍ਰਮਾਤਮਾ ਦੇ ਨਾਲ ਮਿਲਣਾ। ਤੇ ਜੇ ਰਿਧੀਆਂ ਸਿੱਧੀਆਂ ਇਹਨਾਂ ਵਾਸਤੇ ਸਤਿਗੁਰੂ ਸਾਹਿਬ ਮਹਾਰਾਜ ਆਖਦੇ ਆ ਨਵ ਨਿੰਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰੇ ਹਿਰਦੇ ਸਦਾ ਵਸਾਏ। ਜਿਹੜਾ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਤਾਂ ਉਹਦੇ ਅੱਗੇ ਤਰਲੇ ਕਰਦੀਆਂ ਵੀ ਸਾਡੀ ਮਦਦ ਕਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਕਰਦੇ ਆ। ਭਗਤ ਸਾਹਿਬ ਕਹਿੰਦੇ ਆ ਇਹ ਹਿਰਦਾਂ ਸਿੱਧਾਂ ਤੁਹਾਡੀਆਂ ਕਲੀਆਂ ਤੁਹਾਡੀਆਂ ਪੈਰਾਂ ਦੇ ਵਿੱਚ ਨੇ, ਪਰ ਗੁਰੂ ਅਮਰਦਾਸ ਮਹਾਰਾਜ ਕੀ ਆਖਦੇ ਆ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਤੋਂ ਚੱਲੇ ਭਾਈ ਵਿਛੜ ਚੋਟਾਂ ਆਵੇ। ਹੁਣ ਇਸ ਗੱਲ ਤੋਂ ਅਸੀਂ ਇਹ ਸਮਝਣ ਦਾ ਯਤਨ ਕਰਨਾ ਕਿ ਮੇਰੇ ਪਾਤਸ਼ਾਹ ਇਸ ਚੀਜ਼ ਨੂੰ ਪ੍ਰਮਾਣ ਨਹੀਂ ਕਰਦੇ, ਪਰ ਅਸੀਂ ਅਜੇ ਵੀ ਸਾਡੀ ਹਾਲਾਤ ਰੱਬੀ ਬਾਣੀ ਪੜ੍ਹਦਿਆਂ ਸੁਣਦਿਆਂ ਫਲਾਣੇ ਬਾਬਾ ਜੀ ਨੇ ਏਦਾਂ ਕਰ ਦਿੱਤਾ, ਫਲਾਣੇ ਬਾਬਾ ਜੀ ਨੇ ਇਹ ਕਰਕੇ ਵਿਖਾ ਦਿੱਤਾ। ਅਸੀਂ ਅਜੇ ਵੀ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਰਹੇ ਹਾਂ। ਅਸੀਂ ਅਜੇ ਵੀ ਆਪਣਾ ਸੋਚ ਵਿਰਲੇ ਪਾਸੇ ਲਾਈ ਬੈਠੇ ਹਾਂ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀਆਂ ਕੁਰਬਾਨੀਆਂ, ਉਹਨਾਂ ਦੀ ਸਮਰੱਥਾ, ਉਹਨਾਂ ਦੀ ਤਾਕਤ ਇਹ ਕਰਾਮਾਤ ਨਹੀਂ ਹੈ ਕਿ ਕੇਵਲ 11 ਸਾਲਾਂ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਿਤਾ ਨੂੰ ਕਤਲ ਕਰ ਦਿੱਤਾ ਜਾਂਦਾ, ਸ਼ਹੀਦ ਕਰ ਦਿੱਤਾ ਜਾਂਦਾ ਹਕੂਮਤ ਦੇ ਵੱਲੋਂ, ਤੇ ਕੇਵਲ 11 ਸਾਲਾਂ ਦੇ ਵਿੱਚ ਉਸ ਸਰਕਾਰ ਦੇ ਨਾਲ ਮੱਥਾ ਲਾਉਣ ਵਾਸਤੇ, ਉਸ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟਣ ਦੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਤਖਤ ਬਣਾ ਦਿੰਦੇ, ਮੀਰੀ ਦੀਆਂ ਤਲਵਾਰਾਂ ਧਾਰਨ ਕਰ ਲੈਂਦੇ। ਉਹ ਹਕੂਮਤ, ਉਹ ਸਰਕਾਰ ਜਿਹਨੇ ਪਿਤਾ ਨੂੰ ਸ਼ਹੀਦ ਕੀਤਾ ਹੋਵੇ ਤੇ ਕੀਤਾ ਵੀ ਅੰਤਾਂ ਦੇ ਅਕੈਦ ਵਸੀਅਤ ਦੇ ਕੇ ਹੋਵੇ, ਫਿਰ ਵੀ ਪ੍ਰਵਾਹ ਨਾ ਹੋਵੇ, ਇਹਦਾ ਵੱਡੀ ਕਰਾਮਾਤ ਕੀ ਹੋ ਸਕਦੀ? 9 ਸਾਲਾਂ ਦੀ ਆਯੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹਕੂਮਤ ਨੇ ਚਾਂਦਨੀ ਚੌਕ ਦੇ ਵਿੱਚ ਧਾਰਨਾ ਨੂੰ ਸੀਸ ਗੁਜ਼ਾ ਕਰ ਦਿੱਤਾ। ਕੇਵਲ ਇੱਕ ਸਰੀਰ ਹੈ ਜਿਹਦਾ ਸੰਸਕਾਰ 2 ਥਾਵਾਂ ਤੇ ਹੋ ਰਿਹਾ ਹੈ ਜੀ। ਘਰ ਦਾ ਭਾਈ ਲੱਕੀ ਸ਼ਾਹ ਮਨਦਾਰਾ ਤੇ ਸੀਸ ਭਾਈ ਜੈਦਾ ਰੰਗਰੇਟਾ ਗੁਰੂ ਦਾ ਬੇਟਾ ਗੁਰੂ ਚਰਨਾਂ ਵਿੱਚ ਲੈ ਕੇ ਅਨੰਦਪੁਰ ਸਾਹਿਬ ਪਹੁੰਚਦੇ ਆ। ਤੇ ਕੀ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦਾ ਉਹ ਛੋਟੀ ਜਿਹੀ ਆਯੂ ਵਿੱਚ ਰਣਜੀਤ ਨਗਾਰਾ ਖੜਕਾਉਣਾ, ਕੀ ਇਹ ਕਰਾਮਾਤ ਨਹੀਂ?
ਉਹ ਵੇਲਾ ਜਦੋਂ ਹਕੂਮਤ ਨੇ ਡਰ ਪੈਦਾ ਕਰਨ ਦਾ ਯਤਨ ਕੀਤਾ ਹੋਵੇ ਕਿ ਅਗਾਂਹ ਕੋਈ ਸਿੱਖ ਨਾ ਬਣੇ, ਅਗਾਂਹ ਕੋਈ ਜਾ ਕੇ ਮੱਥਾ ਨਾ ਟੇਕੇ, ਉਹਨਾਂ ਸਮਿਆਂ ਦੇ ਵਿੱਚ ਰਣਜੀਤ ਨਗਾਰੇ ਵਜਾਉਣੇ ਤੇ ਖਾਲਸਾ ਸਾਜ ਦੇਣਾ, ਇਹਦੇ ਨਾਲ ਵੱਡੀ ਕਰਾਮਾਤ ਕੀ ਹੋ ਸਕਦੀ। ਉਹ ਲੋਕ ਜਿਨ੍ਹਾਂ ਲੋਕਾਂ ਨੂੰ ਕਿਸੇ ਮੰਦਰ ਵਿੱਚ ਚੜ੍ਹਨ ਦਾ ਅਧਿਕਾਰ ਨਹੀਂ, ਕਿਸੇ ਧਾਰਮਿਕ ਸਥਾਨ ਤੇ ਚੜ੍ਹ ਕੇ ਭਗਤੀ ਕਰਨ ਦਾ ਅਧਿਕਾਰ ਨਹੀਂ, ਉਹਨਾਂ ਲੋਕਾਂ ਨੂੰ ਸਤਿਗੁਰੂ ਜੀ ਕਹਿਣ ਇੱਕ ਗਰੀਬ ਸਿੱਖਣ ਤੋਂ ਦਿਓ ਪਾਤਸ਼ਾਹੀ, ਇਹਨਾਂ ਨੂੰ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ ਹੈ। ਉਹ ਲੋਕ ਜਿਹੜੇ ਗੱਲ ਕਹਿਣ ਕਿ ਪਾਤਸ਼ਾਹ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਤੇ ਸਤਿਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰਕੇ ਕਹਿਣ ਇਹਨਾਂ ਗਿੱਦੜਾਂ ਤੋਂ ਮੈਂ ਸ਼ੇਰ ਬਣਾਵਾਂ, 1.25 ਲੱਖ ਦੇ ਨਾਲ 1.25 ਲੱਖ ਸਾ ਏਕ ਲੜਾਉ, ਚਿੜੀਆਂ ਤੇ ਮੈਂ ਬਾਜ ਤੁੜਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹਦੇ ਨਾਲ ਵੱਡੀ ਕਰਾਮਾਤ ਵੱਡੀ ਹੋ ਸਕਦੀ। ਪਰ ਅਸੀਂ ਅਜੇ ਵੀ ਉਸ ਜਾਲ ਵਿੱਚ ਫਸੇ ਹੋਏ ਹਾਂ, ਬਾਬਿਆਂ ਵਾਲੇ ਜਾਲ ਵਿੱਚ। ਪੁਰਾਣੇ ਬਾਬੇ ਨੇ ਕਹਿਤਾ ਜੀ ਤੁਹਾਡੇ ਘਰ ਮੈਂ ਮੰਤਰ ਪੜ੍ਹ ਦਿੱਤਾ ਜੀ, ਮੈਂ ਪਾਣੀ ਦੀ ਬੋਤਲ ਤੇ ਫੂਕ ਮਾਰ ਦਿੱਤੀ ਹੈ ਜੀ, ਮੈਂ ਲਾਚੀਆਂ ਕਰਕੇ ਦੇ ਦਿੱਤੀਆਂ ਜੀ, ਕਾਲੀਆਂ ਮਿਰਚਾਂ ਕਰਕੇ ਦੇ ਦਿੱਤੀਆਂ, ਮੈਂ ਆ ਸ਼ਬਦ ਲਿਖ ਦਿੱਤਾ ਜੀ, ਇਹਦੇ ਨਾਲ ਕਰਾਮਾਤ ਵਰਤ ਜਾਏਗੀ, ਇਹਦੇ ਨਾਲ ਤੁਹਾਡੇ ਘਰ ਸੁੱਖ ਆ ਜਾਏਗਾ। ਅਸੀਂ ਅਜੇ ਵੀ ਉਹਦੀਆਂ ਕਰਾਮਾਤਾਂ ਲੱਭੀ ਜਾਂਦੀਆਂ। ਕਈ ਤੇ ਪਾਠ ਇਸ ਕਰਕੇ ਕਰਦੇ ਮੇਰੇ ਗੁਆਂਢੀ ਦਾ ਨੁਕਸਾਨ ਹੋ ਜਾਏ, ਉਹਦੀ ਦੁਕਾਨ ਚੱਲਣੀ ਬੰਦ ਹੋ ਜਾਏ ਤੇ ਮੇਰੀ ਚੱਲਣੀ ਸ਼ੁਰੂ ਹੋ ਜਾਏ। ਕਈ ਤੇ ਪਾਠ ਇਸ ਕੰਮ ਵਾਸਤੇ ਕਰ ਰਹੇ, ਇਹ ਕਰਾਮਾਤ ਲੱਭ ਰਿਹਾ ਪਾਠ ਕਰਕੇ। ਕਿੱਥੇ ਛੁਟਕਾਰਾ ਹੋਏਗਾ ਸਾਡਾ। ਅਸੀਂ ਅਜੇ ਵੀ ਬਾਬਿਆਂ ਦੇ ਭਰਮ ਕਾਲ ਪਏ ਹਾਂ। ਕੋਈ ਜੋਤਸ਼ੀਆਂ ਕੋਲ ਤੁਰਿਆ ਫਿਰਦਾ, ਕੋਈ ਮੌਲਵੀਆਂ ਦੇ ਕੋਲ ਤੁਰਿਆ ਫਿਰਦਾ ਹੈ ਤੇ ਆਪਣੇ ਆਪ ਨੂੰ ਕਹਿੰਦੇ ਨਹੀਂ ਅਸੀਂ ਗੁਰਦੁਆਰਾ ਸਾਹਿਬ ਹੀ ਜਾਈਦਾ ਬਸ, ਅਸੀਂ ਤੇ ਬਸ ਹੁਸ਼ਿਆਰਾ ਸਾਹਿਬ ਹੀ ਜਾਈਦਾ। ਕੋਈ ਦੱਸੇ ਸੀ ਬਸ ਕਿਸੇ ਬਾਬੇ ਦੀ ਦੱਸ ਪਾਵੇ ਸਹੀ, ਮਿੰਟ ਨਹੀਂ ਲਾਉਂਦੀ ਬੱਸ ਫੜ ਲੈਂਦੀਆਂ ਉਸੇ ਵੇਲੇ ਤੁਰ ਪੈਂਦੀਆਂ ਬੀਬੀਆਂ ਖਾਸ ਕਰਕੇ। ਉਸੇ ਵੇਲੇ ਇਹ ਛੁਟਕਾਰਾ, ਇਹ ਦੁਨਿਆਵੀ ਸੁੱਖ, ਇਹ ਕੇਵਲ ਸਤਿਗੁਰੂ ਦੀ ਮੱਤ ਹਾਸਲ ਕੀਤਿਆਂ ਪ੍ਰਾਪਤ ਹੋ ਸਕਦੇ ਆ। ਇਹਨਾਂ ਬਾਬਿਆਂ ਦੇ ਭਰਮ ਜਾਲ ਵਿੱਚ ਪੈ ਕੇ ਤੇ ਸਾਧ ਸੰਗਤ ਦੀ ਕੇਵਲ ਆਪਣਾ ਸਮਾਂ ਵੇਸਟ ਕੀਤਾ ਜਾ ਸਕਦਾ ਹੈ, ਆਪਣਾ ਪੈਸਾ ਬਰਬਾਦ ਕੀਤਾ ਜਾ ਸਕਦਾ ਹੈ, ਤੇ ਹੋਰ ਜੋ ਕੁਝ ਡੇਰਿਆਂ ਦੇ ਵਿੱਚ ਹੁੰਦਾ ਹੈ, ਜੋ ਕੁਝ ਰਾਮ ਰਹੀਮ ਮਰਗਿਆਂ ਦੇ ਉੱਤੇ ਹੋਇਆ, ਜੋ ਕੁਝ ਆਸਾ ਨਾਮ ਉੱਤੇ ਹੋਇਆ, ਤੇ ਇੱਧਰਲੇ ਪਾਸੇ ਵੀ ਪੜਦੇ ਬਣੇ ਆ। ਨੂੰ ਕਿਰਪਾ ਕਰੇ ਕਿ ਸਿੱਖੀ ਦੇ ਬਾਣੀ ਨੂੰ ਲਾਜ ਨਾ ਲੱਗੇ, ਜੋ ਕੁਝ ਇੱਧਰ ਵਰਤ ਰਿਹਾ ਹੈ ਉਹ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ। ਇੱਥੇ ਬਾਬਿਆਂ ਦੀ ਕਰਾਮਾਤ ਦੇ ਨਾਲ ਕੇਵਲ ਮੁੰਡੇ ਦੇਣ ਦੇ ਚੱਕਰ ਦੇ ਵਿੱਚ ਸਾਧ ਸੰਗਤ ਜੀ ਕੋਈ ਦਵਾਈ ਦੇ ਦਿੱਤੀ, ਕੋਈ ਕਾਗਜ਼ ਤੇ ਲਿਖ ਕੇ ਦੇ ਦਿੱਤਾ, ਇਹ ਹੁਣ ਤੁਹਾਡੇ ਘਰ ਮੁੰਡਾ ਹੀ ਹੋਣਾ ਹੈ ਜੀ। ਇਹ ਸੱਚੀ ਘਟਨਾ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ, ਤੁਹਾਡੇ ਘਰ ਅਵਸ਼ ਪੁੱਤ ਹੋਵੇਗਾ। ਕਰਨਾ ਕੀ ਕਰਨਾ ਹੈ ਕਿ ਜਦੋਂ ਗਰਭ ਧਾਰਨ ਹੋ ਗਿਆ, ਬੱਚਾ ਪੇਟ ਵਿੱਚ ਪਲਣਾ ਸ਼ੁਰੂ ਹੋ ਗਿਆ, ਜਦੋਂ ਉਹਦਾ ਪਤਾ ਲੱਗਦਾ ਧੀਆ ਕਿ ਪੁੱਤ ਆ, ਆਪਣੇ ਡਾਕਟਰ ਦੇ ਕੋਲ ਉਹਦੇ ਚੈੱਕਅਪ ਵਾਸਤੇ ਭੇਜ ਦੇਣਾ, ਅਲਟਰਾਸਾਊਂਡ ਕਰਨ ਵਾਸਤੇ। ਜੇ ਪੁੱਤ ਹੋਇਆ ਤੇ ਰੱਖ ਲਓ, ਜੇ ਧੀ ਆ ਤੇ ਕੋਈ ਨਾ ਕੋਈ ਗੋਲੀ ਏਦਾਂ ਦੀ ਦੇ ਦਿਓ, ਦਵਾਈ ਦੇ ਦਿਓ, ਪੇਟ ਵਿੱਚ ਮਰ ਕੇ ਖਤਮ ਹੋ ਜਾਏ। ਤੇ ਜਦੋਂ ਹੋਇਆ ਹੀ ਪੁੱਤਰ, ਮਸ਼ੀਨ ਨੇ ਦੱਸ ਦਿੱਤਾ, ਕਰਾਮਾਤ ਮਸ਼ੀਨ ਦੇ ਵਿੱਚ ਸੀ, ਕਰਾਮਾਤ ਉਸ ਮਸ਼ੀਨ ਦੇ ਵਿੱਚ ਸਿੱਧ ਨੇ ਦੱਸ ਦਿੱਤਾ ਕਿ ਧੀ ਆ, ਧੀ ਦਾ ਪਤਾ ਲੱਗ ਗਿਆ ਤੇ ਉਹ ਡਾਕਟਰ ਦੇ ਰਾਹੀਂ ਦਵਾਈ ਦੇ ਦਿੱਤੀ। ਉਹ ਪੁਸ਼ਪਿੰਦਰ ਸਿੰਘ ਡਾਕਟਰ, ਮੈਂ ਅੱਗੇ ਵੀ ਕਈ ਵਾਰ ਦਾ ਜ਼ਿਕਰ ਕੀਤਾ ਹੈ, ਉਹਨੇ ਇਸ ਦਾ ਖੁਲਾਸਾ ਕੀਤਾ ਤੇ ਜਿਹੜੇ ਬਾਬਾ ਜੀ ਪਹਿਲੇ ਮੁੰਡੇ ਵੰਡਦੇ ਸੀ ਉਹਨਾਂ ਨੇ ਉਹਦੇ ਮੂੰਹ ਤੇ ਤੇਜ਼ਾਬ ਮਾਰਿਆ। ਇਹਨੇ ਮੇਰਾ ਰਾਜ ਬਾਹਰ ਕੱਢਿਆ ਤੇ ਉਹ ਪੁਸ਼ਪਿੰਦਰ ਸਿੰਘ ਡਾਕਟਰ ਪਟਿਆਲੇ, ਅੱਜ ਵੀ ਉਹਦੀ ਵੀਡੀਓ ਨੈਟ ਤੇ ਪਈ ਹੋਈ, ਉਹਦੇ ਮੂੰਹ ਤੇ ਤੇਜ਼ਾਬ ਪਾ ਦਿੱਤਾ, ਕੇਵਲ ਇਸੇ ਕਰਕੇ ਕਿ ਹਾਂ ਤੂੰ ਮੇਰਾ ਇਹ ਬਾਤ ਨੂੰ ਘੇੜਿਆ। ਉਹਦੇ ਪਾਸ ਭੇਜਿਆ ਜਾਂਦਾ ਸੀ ਕਿ ਜੇ ਧੀ ਹੋਈ ਤੇ ਦਵਾਈ ਦੇ ਕੇ ਅੰਦਰ ਖਤਮ ਕਰ ਦੇਣੀ ਆ, ਜੇ ਪੁੱਤਰ ਹੋਇਆ ਤੇ ਬਾਬਾ ਜੀ ਦੀ ਬੱਲੇ ਬੱਲੇ ਆ ਕਿ 10-20 ਦੇ ਵਿੱਚੋਂ ਇੱਕ ਦੇ ਘਰ ਤੇ ਹੋਵੇ ਗਈ ਨਾ, ਤੇ ਜਿਹੜੇ ਇੱਕ ਦੇ ਕੋਲ ਹੋ ਗਿਆ ਉਹਨੇ ਹਜ਼ਾਰਾਂ ਦੀ ਮਸ਼ਹੂਰੀ ਕਰਨੀ ਸੀ ਕਿ ਇਹ ਬਾਬਾ ਜੀ ਹੋਣਾ ਨੇ ਦਿੱਤਾ ਹੈ ਜੀ ਸਾਨੂੰ, ਕਿ ਬਾਬਾ ਜੀ ਹੋਣਾ ਨੇ ਕਿਰਪਾ ਕੀਤੀ। ਤੇ ਪੜਦਾ ਕੀ ਆ, ਪੜਦਾ ਦਤਾ ਦਾਤਾ ਏਕ ਹੈ, ਸਭ ਤੋਂ ਦੇਵਨਹਾਰ, ਦੇਂਦੇ ਟੋਟ ਨਾ ਆਵਈ ਅਗਰ ਪੜ ਕੀ ਆ, ਬੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਇੱਕ ਦਾਤਾ ਹੈ ਕਿ ਬਾਬਾ ਦਾਤਾ ਹੈ, ਤੇਰੀ ਸ਼ੇਖ ਬੰਦੇ ਵਾਲਾ ਜੀ ਦੁੱਧ ਦਿੰਦਾ ਹੈ ਕਿ ਉੱਥੇ ਜੇ ਗਾਂ ਸੁਣਦੀ ਮੱਝ ਸੁਣਦੀ ਡੋਲਾ ਨਾ ਖੜਿਆ ਕਿ ਦਾ ਤੇ ਮੱਝਾਂ ਗਾਵਾਂ ਦੁੱਧ ਨਹੀਂ ਦੇਣਾ। ਫਿਰ ਦਾਤਾ ਇਹ ਕਿਹਾ ਕਿ ਸ਼ੇਖ ਬੰਦੇ ਵਾਲਾ ਦੁੱਧ ਵਾਲਾ ਵੱਖਰਾ ਨਹੀਂ ਬਣਾ ਲਿਆ ਆਪਾਂ,
ਦੁੱਧ ਵਾਲਾ ਵੱਖਰਾ ਬਣਾ ਲਿਆ, ਪੈਸੇ ਵਾਲਾ ਵੱਖਰਾ ਬਣਾ ਲਿਆ, ਵੀਰਵਾਰ ਵਾਲਾ ਵੱਖਰਾ ਬਣਾ ਲਿਆ, ਬੁੱਧ ਵਾਲਾ ਵੱਖਰਾ, ਮੰਗਲਵਾਰ ਵਾਲਾ ਵੱਖਰਾ, ਤੇ ਸ਼ਨੀਵਾਰ ਵਾਲਾ ਤੇਲ ਤੇ ਰੀਝ ਪੈਂਦਾ, ਡੋਲੇ 'ਚ ਥੋੜਾ ਜਿਹਾ ਤੇਲ ਪਾਓ, ਹਰੇ ਕ੍ਰਿਸ਼ਨਾ ਸ਼ਨੀ ਦੇਵਤਾ ਸ਼ਨੀ ਦੇਵਤਾ ਹੋ ਜਾਂਦੇ। ਹਾਂ, ਜਿਨ੍ਹਾਂ ਦਾ ਧਰਮ ਆ, ਮੈਂ ਅਕਸਰ ਬੇਨਤੀ ਕਰਦਾ ਉਹਨਾਂ ਨੂੰ ਮੁਬਾਰਕ ਹੈ, ਉਹਨਾਂ ਨੂੰ ਮੁਬਾਰਕ ਹੈ ਭਾਈ, ਉਹਨਾਂ ਦਾ ਧਰਮ ਆ। ਪਰ ਗੁਰੂ ਨਾਨਕ ਦਾ ਸਿੱਖਾ ਕਰਿਆ ਸਵੇਰੇ ਜਪਜੀ ਸਾਹਿਬ ਦਾ ਗੁਰੂ ਦਾ ਸਾਹਿਬ ਸੀ, ਉਹ ਪੜ੍ਹ ਸੁਣ ਕੇ ਫਿਰ ਵੀ ਇਹਨਾਂ ਚੱਕਰਾਂ ਦੇ ਵਿੱਚ ਪਿਆ, ਅਜੇ ਵੀ ਕਰਾਮਾਤਾਂ ਲੱਗੀ ਕਰਨਾ, ਅਜੇ ਵੀ ਬਾਬਿਆਂ ਦੇ ਪਿੱਛੇ ਤੁਰਿਆ ਫਿਰਦਾ। ਸਤਿਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰਨ। ਬਾਦਸ਼ਾਹ ਕਹਿੰਦੇ ਆ ਬਿਨਾਂ ਸਾਧ ਨਾ ਸਕਿਆ ਤੇ ਬਿਨਾਂ ਸਤਿਗੁਰੂ ਸਾਹਿਬ ਮਹਾਰਾਜ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਤੇਰਾ ਛੁਟਕਾਰਾ ਨਹੀਂ ਹੋ ਸਕਦਾ। ਸਤਿਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰਨ ਮੇਰੇ ਕੋਲੋਂ ਆਪ ਹੀ ਨਾਲ ਵਿਚਾਰ ਕਰਦੇ ਆ, ਹੋਈ ਭੁੱਲ ਚੁੱਕ ਦੀ ਗੁਨਾਹ ਬਖਸ਼ਣੀ, ਗੁਰਾਂ ਦੀ ਫਰਿਆਦ ਕਰਿਓ। ਜੋ ਬਚਨ ਸਾਹਿਬਾਂ ਤੁਹਾਡੇ ਨਾਲ ਸਾਂਝੇ ਕਰਵਾਏ ਨੇ ਉਹਨਾਂ ਨੂੰ ਆਪਣੇ ਵੀ ਜੀਵਨ ਵਿੱਚ ਕਮਾਈਏ। ਭੁੱਲਾਂ ਚੁੱਕਾਂ ਦੀ ਗੁਨਾਹ ਬਖਸ਼ੋ। ਗੱਜ ਕੇ ਫਤਿਹ ਬੁਲਾਉਂਦਿਆਂ ਹੋਇਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।